ਕੁਰਸੀਆਂ ਤੇ ਬਿਠਾ ਹੀ ਅਸੀਂ ਇੱਕ ਤਾਂ ਰਿਸ਼ਵਤ ਦੇ ਕੇ ਲਏ ਕਿ ਵੀ ਪਹਿਲਾਂ ਅਸੀਂ ਬੋਤਲ ਲੈ ਲਈ ਜਾਂ ਅਸੀਂ ਆਟੇ ਦੀ ਰੱਖ ਲਈ ਵੀ ਸਾਨੂੰ ਆਟਾ ਮਿਲੂਗਾ ਘਰ 'ਚ ਜਾਂ ਸਾਨੂੰ ਪੈਨਸ਼ਨ ਮਿਲੂਗੀ। ਜਦੋਂ ਅਸੀਂ ਪਹਿਲਾਂ ਹੀ ਸ਼ਰਤਾਂ ਲਾ ਕੇ ਕੁਰਸੀ ਦਿੱਤੀ ਆ ਤਾਂ ਹੁਣ ਸਾਡੀ ਹਾਲਤ ਇਹੀ ਹੋਣੀ ਹੈ। ਇਹ ਜਿਹੜੀ ਇੱਕ ਦਿਨ 'ਚ ਇਹ ਹਾਲਤ ਨਹੀਂ ਸਾਡੇ ਪੰਜਾਬ ਦੀ ਹੋਈ ਤਾਂ ਇੱਕ ਪਹਿਲਾਂ ਡੰਡੀ ਬਣਾ ਲੈਂਦੇ ਆ ਤੇ ਫਿਰ ਢਾ ਦਿੰਦੇ ਆ। ਦੇਖਦੇ ਤਾਂ ਲੋਕ ਬੋਲ ਪਏ ਤਾਂ ਠੀਕ ਆ ਤੇ ਨਹੀਂ ਤਾਂ ਮਤਲਬ ਬਹੁਤ ਮੇਰੇ ਖਿਆਲ ਤਰਾਸਦੀ ਉਹਨਾਂ ਨੂੰ ਆਪਣੇ ਵਜ਼ੀਰ ਬਦਲ ਲੈਣੇ ਚਾਹੀਦੇ ਆ। ਵੱਡੇ ਲੋਕਾਂ ਦੀਆਂ ਬੱਸਾਂ ਅਮੀਰ ਲੋਕਾਂ ਦੀਆਂ ਬੱਸਾਂ ਜਿਹੜੇ ਮਤਲਬ ਉਸ ਬੱਸ 'ਚ ਤਾਂ ਤੁਸੀਂ ਦੇਖੋ ਵੀ 50 ਜਾਣੇ ਬੈਠ ਸਕਦੇ 30 ਜਾਣੇ ਬੈਠ ਸਕਦੇ ਆ। ਤੇ ਜੇ ਹੁਣ ਆਪਾਂ ਉਵੇਂ ਕਹੀਏ ਵੀ ਪਬਲਿਕ ਥਾਵਾਂ ਤੇ ਲੋਕਾਂ ਨੇ 5 ਲੋਕਾਂ ਨੇ ਇਕੱਠੇ ਹੋ ਕੇ ਕੋਈ ਆਪਣੇ ਵਪਾਰ ਦੀ ਗੱਲ ਕਰਨੀ ਜਾਂ ਕੋਈ ਪਰਿਵਾਰ ਦੀ ਗੱਲ ਕਰਨੀ ਤਾਂ ਉਹ ਅਸੀਂ ਕਰ ਨਹੀਂ ਸਕਦੇ। ਸਾਡੀ ਜਿਹੜੀ ਜਨਰੇਸ਼ਨ ਆ ਉਹਨੂੰ ਇੰਨੇ ਪੜ੍ਹ ਲਿਖ ਕੇ ਹਾਈ ਕੋਰਟ ਸੁਪਰੀਮ ਕੋਰਟ 'ਚ ਇੱਦਾਂ ਦੇ ਮਤਲਬ ਆਪਦੇ ਜੱਜ ਖੜੇ ਕਰ ਦੇਣੇ ਚਾਹੀਦੇ ਆ ਕਿ ਸਾਨੂੰ ਨੌਕਰੀ ਘਰ ਆ ਕੇ ਕਹਿਣ ਵੀ ਆਹ ਤੁਸੀਂ ਇੰਨੇ ਪੜ੍ਹੇ ਹੋ ਤੇ ਆਹ ਸੀਟ ਜਿਹੜੀ ਸਿਰਫ ਤੁਹਾਡੇ ਲਈ ਰੱਖਵੀਂ ਪਈ ਆ। ਸਰਕਾਰਾਂ ਨੂੰ ਇੱਦਾਂ ਨਹੀਂ ਸੋਚਣਾ ਚਾਹੀਦਾ ਕਿ ਉਮਰ ਲੰਘ ਗਈ, ਜਦੋਂ ਉਹਨਾਂ ਨੇ ਕੋਰਸ ਕੀਤੇ ਆ ਉਹਨਾਂ ਨੂੰ ਭਲਾ 2 ਸਾਲ ਦਾ ਸਮਾਂ ਰਹਿੰਦਾ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ। ਮੇਰੇ ਖਿਆਲ 'ਚ ਇਹ ਸਾਡੀ ਨੌਜਵਾਨੀ ਨੂੰ ਸਾਡੇ ਸਮਾਜ ਨੂੰ ਇੱਕਦਮ ਇੱਦਾਂ ਦਾ ਉਛਾਲਾ ਮਾਰਨਾ ਚਾਹੀਦਾ ਕਿ ਸਰਕਾਰ ਸਾਡੇ ਮਤਲਬ ਗੋਡਿਆਂ 'ਚ ਡਿੱਗ ਪਵੇ, ਕਿਉਂਕਿ ਸਰਕਾਰਾਂ ਨੇ ਇਸ ਪਾਲਿਸੀ ਨੂੰ ਖਤਮ ਕਰਨਾ। ਜੇ ਸਰਕਾਰਾਂ ਨੇ ਇਹ ਪਾਲਿਸੀ ਨੂੰ ਖਤਮ ਕਰਤਾ ਤਾਂ ਜਿਹੜਾ ਸਾਡਾ ਮਤਲਬ ਜਿੱਦਾਂ ਕਹਿੰਦੇ ਆ ਇਨਕਮ ਸਾਡੀ ਖਤਮ ਹੋ ਜਾਣੀ ਆ ਤੇ ਸਰਕਾਰਾਂ ਨੇ ਇਹਨੂੰ ਮੇਰੇ ਖਿਆਲ 'ਚ ਲੰਬਾ ਚਲਾਉਣਾ ਹੈ ਕਿ ਉਹਨਾਂ ਦੀ ਇਨਕਮ ਬਣੀ ਰਹੇ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਵੱਲੋਂ ਸਵਾਗਤ ਹੈ ਤੁਹਾਡੇ ਪਸੰਦੀਦਾ ਪ੍ਰੋਗਰਾਮ ਵਿੱਚ। ਦਰਸ਼ਕੋ, ਕੋਈ ਨਾ ਕੋਈ ਸ਼ਖਸੀਅਤ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣਾ। ਮੈਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ। ਜਦੋਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਮੈਂ ਤੇ ਕਈ ਵਾਰੀ ਇਹ ਗੱਲ ਅਕਸਰ ਮੈਂ ਕਹਿਣਾ ਹੁੰਦਾ ਕਿ ਇਹਦਾ ਹੱਲ ਵੀ ਦਿੱਤਾ ਜਾਵੇ। ਬਿਮਾਰੀ ਲੱਭ ਗਈ ਹੈ, ਬਿਮਾਰੀ ਕਿਹੜੀ ਹੈ, ਪਰ ਬਿਮਾਰੀ ਲਈ ਕਿਹੜੀ ਮੈਡੀਸਨ ਚਾਹੀਦੀ, ਇਹਦਾ ਹੱਲ ਕੀ ਹੋਣਾ ਚਾਹੀਦਾ ਹੈ। ਕੱਲੀਆਂ ਬਿਮਾਰੀਆਂ ਦੱਸ ਕੇ ਵੀ ਕਦੀ ਸਮਾਜ ਦਾ ਭਲਾ ਨਹੀਂ ਹੁੰਦਾ, ਉਹਨਾਂ ਦੇ ਹੱਲ ਵੀ ਲੱਭਣੇ ਪੈਂਦੇ ਨੇ। ਪਰ ਕਈ ਸੱਜਣ ਜਿਹੜੇ ਕਹਿ ਦਿੰਦੇ ਨੇ ਕਿ ਕੱਲੀ ਬਿਮਾਰੀ ਹੀ ਲੱਭਦੇ ਹੋ, ਮੈਂ ਕਹਿਣਾ ਹੁੰਦਾ ਕਿ ਨਹੀਂ, ਬਿਮਾਰੀ ਤੋਂ ਬਾਅਦ ਹੀ ਬਿਮਾਰੀ ਦਾ ਅਸਲ ਇਲਾਜ ਲੱਭਿਆ ਕਰਦਾ ਹੈ। ਜੇ ਗੱਲ ਕਰਾਂ ਪੰਜਾਬ ਦੀ ਨੌਜਵਾਨੀ ਦੀ ਤੇ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਮੈਂ, ਚੈਨਲਸ ਦੇ ਆਪਣੇ ਫਰਜ਼ ਨੇ, ਪੋਲੀਟੀਕਲ ਬੰਦਿਆਂ ਦੇ ਆਪਣੇ ਫਰਜ਼ ਨੇ, ਸਮਾਜ ਸੇਵੀਆਂ ਦੇ ਆਪਣੇ ਫਰਜ਼ ਨੇ, ਕਵੀਆਂ ਦੇ ਫਰਜ਼ ਨੇ, ਵੱਡੀਆਂ ਵੱਡੀਆਂ ਸੰਸਥਾਵਾਂ ਦੇ ਫਰਜ਼ ਨੇ। ਆਓ ਇਸੇ ਲੜੀ ਦੇ ਤਹਿਤ ਮੈਂ ਇੱਕ ਐਸੀ ਕਵਿਤਰੀ ਜਿਨ੍ਹਾਂ ਨੂੰ ਅਕਸਰ ਹੀ ਤੁਸੀਂ ਸੋਸ਼ਲ ਮੀਡੀਆ ਦੇ ਰਾਹੀਂ ਸੁਣਦੇ ਹੋ, ਬੇਅੰਤ ਕੌਰ ਗਿੱਲ ਮੋਗਾ, ਤਿੰਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਪੰਜਾਬ ਦੇ ਮੁੱਦਿਆਂ ਦੇ ਆਧਾਰਿਤ। ਪਰ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ। ਭੈਣ ਜੀ, ਜੇ ਆਪਾਂ ਗੱਲ ਕਰੀਏ ਵੀ ਸਾਡੀ ਨੌਜਵਾਨੀ ਨੂੰ ਸਹੀ ਸੇਧ ਕਿਵੇਂ ਦਿੱਤੀ ਜਾ ਸਕਦੀ ਹੈ, ਕਿਉਂਕਿ ਅੱਜ ਦਾ ਨੌਜਵਾਨ ਨਸ਼ਿਆਂ ਦੇ ਵਿੱਚ ਪੈ ਕੇ ਇੰਝ ਕਹਿ ਲਈਏ ਵੀ ਕੁਰਾਹੇ ਪੈ ਚੁੱਕਾ, ਤੁਹਾਨੂੰ ਕੀ ਲੱਗਦਾ ਹੈ ਵੀ ਇਹਨਾਂ ਨੂੰ ਸਹੀ ਸੇਧ ਕਿਵੇਂ ਦਿੱਤੀ ਜਾ ਸਕਦੀ ਹੈ? ਹਾਂਜੀ, ਦੁੱਖ ਹੁੰਦਾ ਸਾਡੇ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਕੁਛ ਨਸ਼ਿਆਂ 'ਚ, ਕੁਛ ਮਤਲਬ ਹੁਣ ਕਾਫੀ ਜਿੱਦਾਂ ਹੋਰ ਵੀ ਪ੍ਰੋਬਲਮ ਜਿਹੜੀਆਂ ਹੈਗੀਆਂ, ਬੇਰੁਜ਼ਗਾਰੀ ਹੋ ਗਈ, ਸਭ ਕਾਫੀ ਪ੍ਰੋਬਲਮ ਹੈਗੀਆਂ ਤੇ ਅਸੀਂ ਇਹਨਾਂ ਨੂੰ ਕਿੱਦਾਂ ਇਹ 'ਚੋਂ ਕੱਢ ਸਕਦੇ ਹਾਂ। ਮੇਰੇ ਖਿਆਲ 'ਚ ਸਾਨੂੰ ਕੋਈ ਇਹਨਾਂ ਨੂੰ ਇਹਨਾਂ ਚੀਜ਼ਾਂ 'ਚੋਂ ਕੱਢਣ ਲਈ, ਜਿੱਦਾਂ ਨੌਜਵਾਨੀ ਸਾਡੀ ਡੁੱਬਦੀ ਜਾ ਰਹੀ ਆ, ਇਹ ਤਾਂ ਅਸੀਂ ਸਾਰੇ ਦੇਖ ਰਹੇ ਹਾਂ ਕਿ ਡੁੱਬਦੀ ਜਾ ਰਹੀ ਹੈ, ਉਹਨੂੰ ਕੱਢਣਾ ਕਿੱਦਾਂ। ਇਹ 'ਚ ਇੱਕ ਛੋਟੀ ਜੀ ਐਗਜ਼ਾਮਪਲ, ਜਿੱਦਾਂ ਇੱਕ ਬੱਚਾ ਜਿੱਦਾਂ ਉਂਗਲੀ ਚੁੰਘਦਾ ਹੈਗਾ ਤੇ ਡਾਕਟਰ ਅਕਸਰ ਕਹਿੰਦਾ ਵੀ ਤੁਸੀਂ ਇਹਦੀ ਉਂਗਲੀ ਇਹਦੇ ਮੂੰਹ 'ਚੋਂ ਕਢਵਾਓ, ਪਰ ਆਪਾਂ ਉਂਗਲੀ ਕਢਵਾਈਏ ਕਿਉਂ? ਉਹਦੇ ਬਦਲ 'ਚ ਸਾਨੂੰ ਕੋਈ ਖਿਡੌਣਾ ਬੱਚੇ ਨੂੰ ਹੋਰ ਦੇਣਾ ਪਊਗਾ। ਤਾਂ ਮੈਂ ਸੋਚਦੀ ਹਾਂ ਕਿ ਇਹ ਇੱਕ ਬਦਲ ਜੇ ਆਪਾਂ ਇਹ ਕਰਨਾ ਹੈਗਾ ਤਾਂ ਸਾਨੂੰ ਨੌਜਵਾਨਾਂ ਨੂੰ ਨਸ਼ਿਆਂ 'ਚੋਂ ਜਾਂ ਇੱਧਰੋਂ ਕੱਢਣ ਲਈ ਸਾਨੂੰ ਕੋਈ ਉਹਨਾਂ ਨੂੰ ਜਿਮ ਬਣਾ ਕੇ ਦੇਣੇ ਪੈਣਗੇ। ਇਕੱਲੇ ਬਣਾ ਕੇ ਨਹੀਂ ਦੇਣੇ ਪੈਣਗੇ, ਹਾਈ ਲੈਵਲ ਦੇ ਉਹਨਾਂ 'ਤੇ ਮੁਕਾਬਲੇ ਸਾਨੂੰ ਰੱਖਣੇ ਪੈਣਗੇ ਕਿ ਬੱਚਿਆਂ 'ਚ ਜਿੱਦਾਂ ਕੁਸ਼ਤੀਆਂ ਜਾਂ ਕੁਛ ਇੱਦਾਂ ਦੇ ਵੀ ਬੱਚਿਆਂ ਨੂੰ ਹੋਵੇ ਵੀ ਸਾਲ ਬਾਅਦ ਸਾਡਾ ਇਹ ਮੁਕਾਬਲਾ ਹੈਗਾ ਤੇ ਅਸੀਂ ਉਹ ਜਿੱਤਣਾ ਵਾ। ਤੇ ਮੇਰੇ ਖਿਆਲ 'ਚ ਇਹ ਜਿੱਦਾਂ ਚਿਰ ਅਸੀਂ ਉਹਨਾਂ ਦੇ ਹੱਥ 'ਚ ਕੋਈ ਹੋਰ ਖਿਡੌਣਾ ਨਹੀਂ ਫੜਾਉਂਦੇ ਤਾਂ ਫਿਰ ਉਹ ਜਿਹੜੇ ਡੁੱਬ ਰਹੇ ਹੈ। ਵੀ ਕਹਿਣ ਤੋਂ ਭਾਵ ਤੁਹਾਨੂੰ ਲੱਗਦਾ ਕਿ ਇਹਦਾ ਇੱਕ ਤੋੜ ਸਾਨੂੰ ਦੇਣਾ ਪਏਗਾ। ਪਰ ਜੇ ਅਸੀਂ ਗੱਲ ਕਰੀਏ ਸਰਕਾਰਾਂ ਦਾ ਕੀ ਐਸਾ ਰੋਲ ਹੋਣਾ ਚਾਹੀਦਾ? ਜੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ, ਪੰਜਾਬ ਦੇ ਮੁੱਦਿਆਂ ਨੂੰ ਨਸ਼ਾ ਪ੍ਰਭਾਵਿਤ ਕਰਦਾ ਪਿਆ ਆ। ਪੰਜਾਬ ਦੇ ਮੁੱਦਿਆਂ ਵਿੱਚ ਬਹੁਤ ਵੱਡਾ ਮੁੱਦਾ ਨਸ਼ਾ ਬਣ ਚੁੱਕਾ ਹੈ, ਪੰਜਾਬ ਦੇ ਪਾਣੀਆਂ ਦਾ ਮੁੱਦਾ ਬਣ ਚੁੱਕਾ ਹੈ। ਜੇ ਮੈਂ ਸਰਕਾਰਾਂ ਦੀ ਗੱਲ ਕਰਾਂ ਤੇ ਪੰਜਾਬ ਨੂੰ ਸੁਧਾਰਨ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕੀ ਰੋਲ ਅਦਾ ਕੀਤੇ ਜਾ ਰਹੇ ਨੇ? ਹਾਂਜੀ, ਸਰਕਾਰਾਂ ਮੇਰੇ ਖਿਆਲ 'ਚ ਬਿਲਕੁਲ ਨਾਕਾਮਯਾਬ ਹੋ ਚੁੱਕੀਆਂ ਹੈਗੀਆਂ। ਹੁਣ ਤਾਂ ਸਾਨੂੰ ਖੁਦ ਨੂੰ ਹੀ ਕਰਨਾ ਪਊਗਾ, ਜੋ ਵੀ ਅਸੀਂ ਕਰਨਾ ਚਾਹੁੰਦੇ ਹਾਂ ਸਾਨੂੰ ਹੰਭਲਾ ਮਾਰਨਾ ਪਊਗਾ। ਸਾਨੂੰ ਆਪਣੇ ਬੱਚਿਆਂ ਨੂੰ ਉੱਚਾ ਚੱਕਣ ਲਈ ਸਰਕਾਰਾਂ ਨਾਕਾਮਯਾਬ ਇੱਦਾਂ ਹੈਗੀਆਂ ਕਿ ਜਿਹੜੀਆਂ ਸਰਕਾਰਾਂ ਨੇ ਕੋਈ ਨਸ਼ਿਆਂ 'ਤੇ ਬੈਨ ਲਾਉਣਾ ਸੀ, ਸ਼ਰਾਬ ਦੀ ਹੀ ਗੱਲ ਕਰ ਲਈਏ ਕਿ ਪਿੱਛੇ ਜੇ ਮੈਂ ਇੱਕ ਕਵਿਤਾ ਵੀ ਲਿਖੀ ਸੀਗੀ ਕਿ ਅਸਾਂ ਨੇ ਤਾਂ ਪੀਤੀ ਸਾਡਾ ਪੀਂਦਾ ਲਾਣੇਦਾਰ,
ਤੇ ਸੋ ਗੱਲ ਆ ਵੀ ਜਦੋਂ ਸ਼ਰਾਬ ਦੇ ਠੇਕੇ ਖੁੱਲੇ ਹੀ ਖੋਲ ਦਿੱਤੇ ਗਏ ਵੀ ਕਰੋਨਾ ਵਿੱਚ ਤੁਸੀਂ ਸਬਜ਼ੀ ਤਾਂ ਲੈਣ ਨਹੀਂ ਜਾ ਸਕਦੇ, ਬਾਹਰ ਨਹੀਂ ਜਾ ਸਕਦੇ, ਤੇ ਪਰ ਤੁਸੀਂ ਸ਼ਰਾਬ ਲੈਣ ਜਾ ਸਕਦੇ ਆ। ਤਾਂ ਫਿਰ ਇਸ ਤੋਂ ਵੱਡੀ ਮੇਰੇ ਖਿਆਲ 'ਚ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ? ਬੜੀ ਵੱਡੀ ਗੱਲ ਹੈ ਵੀ ਜੇ ਸਬਜ਼ੀ ਲੈਣ ਜਾਣਾ ਹੈ ਤਾਂ ਤੁਹਾਡੇ ਡਾਂਗਾ ਪੈਂਦੀਆਂ ਨੇ, ਜੇ ਬੋਤਲ ਲੈਣ ਲਈ ਜਾ ਰਹੇ ਹੋ ਤਾਂ ਠੇਕਾ ਖੁੱਲਾ ਹੈ। ਬੜੀ ਹੈਰਾਨਗੀ ਵਾਲੀ ਗੱਲ ਹੈ। ਬਿਲਕੁਲ, ਕਿਉਂਕਿ ਸਰਕਾਰਾਂ ਸੋਚਦੀਆਂ ਕਿ ਸਾਨੂੰ ਇਨਕਮ ਹੀ ਇੱਥੋਂ, ਜੋ ਸਰਕਾਰ ਨੇ ਇਹ ਲਾਸਟ ਪੁਆਇੰਟ ਹੀ ਕਹਿ ਦਿੱਤਾ ਕਿ ਸਾਨੂੰ ਇਨਕਮ ਹੀ ਨਸ਼ਿਆਂ ਤੋਂ ਆਵੇ। ਤਾਂ ਸ਼ਰਾਬ ਵਰਗਾ ਤਾਂ ਨਸ਼ਾ ਹੀ ਕੋਈ ਨਹੀਂ। ਜੇ ਦੇਖੀ ਅੱਗੇ ਫੀਮ ਖਾ ਕੇ ਲੋਕੀ ਕਹਿੰਦੇ ਹੁੰਦੇ ਸੀ, ਸਾਡੇ ਬਜ਼ੁਰਗ ਕਹਿੰਦੇ ਕਿ ਫੀਮ ਖਾ ਕੇ ਲੋਕ ਦੁੱਗਣਾ ਕੰਮ ਕਰਦੇ ਸੀਗੇ, ਤੇ ਹੁਣ ਜਦੋਂ ਸ਼ਰਾਬ ਆ ਗਈ ਤੇ ਫਿਰ ਸ਼ਰਾਬ ਵਰਗਾ ਨਸ਼ਾ ਹੀ ਕੋਈ ਨਹੀਂ। ਬੰਦੇ ਨੇ ਗਾਲਾਂ ਹੀ ਕੱਢਣੀਆਂ ਤੇ ਬਿਲਕੁਲ ਉਹਦਾ ਸਰੀਰ ਵੀ ਆਪਾਂ ਨੂੰ ਪਤਾ ਹੈ, ਗੁਰਦੇ ਸਭ ਕੀ ਕੁਛ ਹੋ ਜਾਂਦਾ ਹੈਗਾ। ਤੇ ਫਿਰ ਸਰਕਾਰਾਂ ਲਈ ਤਾਂ ਇੱਕ ਹੈਗਾ ਵੀ ਲੁੱਟਣ ਦਾ ਵੀ, ਮੁੜ ਕੇ ਸਾਡੇ ਹਸਪਤਾਲਾਂ 'ਚੋਂ ਜਾਣਗੇ, ਆਪਣੇ ਇਲਾਜ ਕਰਾਉਣਗੇ। ਸਰਕਾਰਾਂ ਤਾਂ ਬਿਲਕੁਲ ਨਾਕਾਮਯਾਬ ਹੋ ਗਈਆਂ। ਤੁਹਾਨੂੰ ਕੀ ਲੱਗਦਾ ਪਿਆ ਵੀ ਸਰਕਾਰਾਂ ਨਸ਼ੇ ਵਾਲੇ ਪਾਸੇ ਕਿਉਂ ਲੈ ਕੇ ਜਾ ਰਹੀਆਂ ਨੇ? ਇਹਦਾ ਕਾਰਨ ਤੁਹਾਨੂੰ ਕੀ ਲੱਗਦਾ ਪਿਆ? ਜਦੋਂ ਇਲੈਕਸ਼ਨ ਹੁੰਦੇ ਨੇ ਇਹੀ ਲੋਕ ਕਹਿੰਦੇ ਨੇ ਪੰਜਾਬੀਓ ਜਾਗੋ ਨਸ਼ੇ ਤਿਆਗੋ, ਤੇ ਹੁਣ ਇਸ ਵੇਲੇ ਐਸਾ ਬਿਆਨ ਆ ਜਾਣਾ ਕਰੋਨਾ ਦੇ ਦੌਰਾਨ ਕਿ ਠੇਕਾ ਖੁੱਲ੍ਹਾ ਹੈ। ਬਿਲਕੁਲ, ਇੱਕ ਸ਼ੇਅਰ ਮੇਰਾ ਲਿਖਿਆ ਹੋਇਆ, ਬੱਦਲਾਂ ਦੇ ਆਸਰੇ ਬੋਈਆਂ ਸੀ ਫਸਲਾਂ ਜੋ, ਬੱਦਲਾਂ ਦੇ ਆਸਰੇ ਬੋਈਆਂ ਸੀ ਫਸਲਾਂ ਜੋ, ਵਫਾ ਕਿੰਜ ਕਰਦੀਆਂ ਫਿਰ ਨਸਲਾਂ ਉਹ, ਵਫਾ ਕਿੰਜ ਕਰਦੀਆਂ ਫਿਰ ਨਸਲਾਂ ਉਹ। ਜਦੋਂ ਅਸੀਂ ਜਿਹੜੀ ਖੇਤੀ ਕੀਤੀ ਆ, ਕੁਰਸੀਆਂ ਤੇ ਬਿਠਾ ਹੀ ਅਸੀਂ ਇੱਕ ਤਾਂ ਰਿਸ਼ਵਤ ਦੇ ਕੇ ਲਏ ਕਿ ਵੀ ਪਹਿਲਾਂ ਅਸੀਂ ਬੋਤਲ ਲੈ ਲਈ, ਜਾਂ ਅਸੀਂ ਆਟੇ ਦੀ ਰੱਖ ਲਈ ਵੀ ਸਾਨੂੰ ਆਟਾ ਮਿਲੂਗਾ ਘਰ 'ਚ, ਜਾਂ ਸਾਨੂੰ ਪੈਨਸ਼ਨ ਮਿਲੂਗੀ। ਜਦੋਂ ਅਸੀਂ ਪਹਿਲਾਂ ਹੀ ਸ਼ਰਤਾਂ ਲਾ ਕੇ ਕੁਰਸੀ ਦਿੱਤੀ ਆ ਤਾਂ ਹੁਣ ਸਾਡੀ ਹਾਲਤ ਇਹੀ ਹੋਣੀ ਹੈਗੀ ਆ। ਤੇ ਸ਼ਰਤਾਂ ਵੀ ਤਾਂ ਵੱਡੀਆਂ ਲੱਗ ਜਾਂਦੀਆਂ ਨਾ, ਕੋਈ ਬੱਚਿਆਂ ਦੇ ਭਵਿੱਖ ਦੀ ਸ਼ਰਤ ਲੱਗਦੀ, ਕੋਈ ਐਸੀ ਲੱਗਦੀ। ਸਾਡੀਆਂ ਸ਼ਰਤਾਂ ਕਿੰਨੀਆਂ ਛੋਟੀਆਂ ਸ਼ਰਤਾਂ ਨੇ, ਤੇ ਉਹਨਾਂ ਨੂੰ ਵੀ ਪਤਾ ਵੀ ਮੰਗ ਇਹਨਾਂ ਦੀ ਕੋਈ ਬਹੁਤ ਵੱਡੀ ਨਹੀਂ ਹੈ। ਬਿਲਕੁਲ, ਇਹੀ ਤਾਂ ਸ਼ਰਮ ਵਾਲੀ ਗੱਲ ਹੈਗੀ ਆ ਕਿ ਸਾਡੀ ਕੋਈ ਸ਼ਰਤ ਹੀ ਨਹੀਂ। ਅਸੀਂ ਚੰਗੇ ਸਕੂਲ ਮੰਗ ਸਕਦੇ ਸੀ, ਚੰਗੀਆਂ ਸਿਹਤ ਸਹੂਲਤਾਂ ਮੰਗ ਸਕਦੇ ਸੀ, ਅਸੀਂ ਬਹੁਤ ਕੁਝ ਚੰਗਾ ਮੰਗ ਸਕਦੇ ਸੀ। ਕਿਸਾਨੀ ਲਈ ਅਸੀਂ ਬਹੁਤ ਵੱਡੇ ਪ੍ਰੋਜੈਕਟ, ਜਿਵੇਂ ਕਿ ਸਾਡੇ ਹੁਣ ਦੇਖਿਆ ਜਾਵੇ ਤਾਂ ਵਜ਼ੀਰੀਆਂ ਸਾਡੇ ਕੋਲ ਖਾਸ ਕਿਸਾਨੀ ਲਈ ਜਿੱਦਾਂ ਪ੍ਰੋਜੈਕਟ ਅਸੀਂ ਤਿਆਰ ਕਰ ਸਕਦੇ ਸੀ। ਅਸੀਂ ਬਹੁਤ ਕੁਝ ਸਰਕਾਰਾਂ ਤੋਂ ਮੰਗ ਸਕਦੇ ਸੀ, ਵੱਡੀਆਂ ਸ਼ਰਤਾਂ ਰੱਖ ਸਕਦੇ ਸੀ। ਪਰ ਅਫਸੋਸ ਕਿ ਸਾਡੀ ਸੋਚ ਜਿਹੜੀ ਇੱਕ, ਫਿਰ ਮੈਂ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਦਿੰਨੀ ਆ ਕਿ ਇੱਕ ਰਾਜਾ ਸੀ, ਕੋਈ ਇੱਕ ਉਹਦੀ ਛੋਟੀ ਰਾਣੀ ਸੀ ਤੇ ਇੱਕ ਵੱਡੀ ਰਾਣੀ ਸੀਗੀ। ਹੁਣ ਛੋਟੀ ਰਾਣੀ, ਰਾਜਾ ਕਿਧਰੇ ਬਾਹਰ ਗਿਆ ਤੇ ਛੋਟੀ ਰਾਣੀ ਨੂੰ ਪੁੱਛਦਾ ਵੀ ਰਾਣੀ ਤੈਨੂੰ ਕੀ ਚਾਹੀਦਾ ਹੈਗਾ? ਤਾਂ ਕਹਿੰਦੀ ਵੀ ਮੈਨੂੰ ਤਾਂ 9 ਲੱਖਾਂ ਹਾਰ ਲਿਆ ਦਿਆ ਜੀ, ਉਸ ਦੇਸ਼ ਵਿੱਚ ਬਹੁਤ ਸਾਰੇ ਮਤਲਬ ਜਿਹੜੇ ਹੀਰੇ ਜਵਾਹਰਾਤ ਤਾਂ ਬਹੁਤ ਸੁੰਦਰ ਆ। ਤੇ ਰਾਜਾ ਵਾਪਸ ਆਇਆ ਹੈਗਾ, ਵੱਡੀ ਰਾਣੀ ਨੂੰ ਪੁੱਛਦਾ ਕਿ ਜਾਣ ਤੋਂ ਪਹਿਲਾਂ ਕਿ ਤੈਨੂੰ ਕੀ ਚਾਹੀਦਾ ਹੈ? ਤਾਂ ਉਹਨੇ ਕਿਹਾ ਵੀ ਮਹਾਰਾਜ ਜਦੋਂ ਵੀ ਮਤਲਬ ਮੈਨੂੰ ਕੁਛ ਨਹੀਂ ਚਾਹੀਦਾ, ਤੁਹਾਡੇ ਦਰਸ਼ਨ ਦੀਦਾਰੇ ਚਾਹੀਦੇ ਆ। ਜਦੋਂ ਹੁਣ ਰਾਜਾ ਬਾਹਰੋਂ ਆਇਆ ਤਾਂ ਕੀ ਹੈ, ਜਿਹੜਾ 9 ਲੱਖਾਂ ਹਾਰ ਛੋਟੀ ਰਾਣੀ ਨੂੰ ਭੇਜ ਦਿੰਦਾ। ਹੁਣ ਵੱਡੀ ਰਾਣੀ ਕੋਲ ਜਾਂਦਾ, ਵੱਡੀ ਰਾਣੀ ਕੋਲ ਜਦੋਂ ਜਾਂਦਾ ਤੇ ਰਾਜੇ ਦੇ ਅੱਗੇ ਵੀ, ਰਾਜੇ ਦੇ ਪਿੱਛੇ ਵੀ ਹੀਰੇ ਜਵਾਹਰਾਤਾਂ ਦੇ ਥਾਲ ਭਰੇ, ਜਿਵੇਂ ਆਪਾਂ ਕਹਿੰਦੇ ਤਾਂ ਪਰੰਪਰਾ ਹੀ ਆ। ਤਾਂ ਵੀ ਰਾਜਾ ਜਾਂਦਾ, ਉਹਦੇ ਅੱਗੇ ਪਿੱਛੇ ਹੀਰੇ ਜਵਾਹਰਾਤ ਦੀਆਂ ਥਾਲੀਆਂ ਭਰੀਆਂ, ਕਿੰਨੇ 9 ਲੱਖੇ ਹਾਰ। ਤਾਂ ਉਹ ਪਹੁੰਚਦਾ ਤੇ ਰਾਣੀ ਨੇ, ਛੋਟੀ ਰਾਣੀ ਨੂੰ ਤਾਂ ਪਤਾ ਲੱਗਦਾ ਤੇ ਗਿਲਾ ਕਰਦੀ ਆ, ਰਾਜੇ ਨੂੰ ਮਤਲਬ ਮਿਲਣ ਦੀ ਇੱਛਾ ਪ੍ਰਗਟਾਉਂਦੀ ਆ, ਤੇ ਰਾਜੇ ਨੇ ਵੀ ਨਾ ਕਰ ਦਿੱਤੀ ਵੀ ਨਹੀਂ, ਮੈਂ ਨਹੀਂ ਤੈਨੂੰ ਮਿਲਣਾ ਚਾਹੁੰਦਾ, ਤੇਰੇ ਕੋਲ ਹਾਰ ਪਹੁੰਚ ਗਿਆ। ਕਹਿੰਦੀ ਹਾਂ, ਪਰ ਕਹਿੰਦੀ ਕਿ ਉਹਨੇ ਤਾਂ ਮੰਗਿਆ ਵੀ ਨਹੀਂ ਵੱਡੀ ਰਾਣੀ ਨੇ, ਤੇ ਤੁਸੀਂ ਉਹਨੂੰ ਹਾਰ ਦਿੱਤਾ, ਤੇ ਮੈਂ ਮੰਗਿਆ ਤੇ ਤੁਸੀਂ ਆਪ ਕਿਉਂ ਨਹੀਂ ਦੇਣ ਆਏ? ਤਾਂ ਰਾਜੇ ਦਾ ਜਵਾਬ ਸੀਗਾ, ਤੁਸੀਂ ਵੀ ਸੁਣਦੇ ਹੀ ਹੋਵੋਗੇ ਅਕਸਰ ਕਥਾਵਾਂ ਵਿੱਚ, ਬਈ ਜਦੋਂ ਰਾਜਾ ਮੰਗ ਲਿਆ ਤੇ ਰਾਜੇ ਦੇ ਨਾਲ ਤਾਂ ਇਹ ਚੀਜ਼ਾਂ ਜਾਣੀਆਂ ਹੀ ਜਾਣੀਆਂ। ਤੇ ਅਸੀਂ ਜਦੋਂ ਮੰਗਣ ਵਾਲੀਆਂ ਚੀਜ਼ਾਂ ਜੇ ਅਸੀਂ ਮੰਗ ਲੈਂਦੇ, ਚੰਗੀਆਂ ਸਿਹਤ ਸਹੂਲਤਾਂ ਮੰਗ ਲੈਂਦੇ, ਸਿੱਖਿਆ ਦਾ ਕੁਝ ਚੰਗਾ ਮੰਗ ਲੈਂਦੇ, ਕਿਸਾਨੀ ਲਈ ਵੱਡੇ ਪ੍ਰੋਜੈਕਟ ਮੰਗ ਲੈਂਦੇ, ਤੇ ਫਿਰ ਸਾਨੂੰ ਆਟਾ ਦਾਲਾਂ ਪੈਨਸ਼ਨਾਂ ਲੈਣ ਦੀ ਜ਼ਰੂਰਤ ਨਹੀਂ ਸੀ। ਕੀ ਬਾਤ ਹੈ, ਬੜੀ ਸੁੰਦਰ ਭੈਣ ਜੀ ਤੁਸੀਂ ਗੱਲ ਕੀਤੀ ਹੈ। ਸੋ ਦੋਸਤੋ, ਗੱਲ ਬੜੀ ਸਮਝਣ ਵਾਲੀ ਹੈ। ਭਾਵੇਂ ਐਗਜ਼ਾਮਪਲ ਇੱਕ ਇਹਨਾਂ ਨੇ ਜਿਹੜੀ ਦਿੱਤੀ ਹੈ, ਅਕਸਰ ਆਪਾਂ ਬਚਪਨ ਤੋਂ ਲੈ ਕੇ ਹੁਣ ਤੱਕ ਸੁਣਦੇ ਆਏ ਹਾਂ, ਆਪਣੇ ਬਜ਼ੁਰਗਾਂ ਦੇ ਕੋਲੋਂ ਵੀ ਸੁਣਿਆ, ਪ੍ਰਚਾਰਕਾਂ ਦੇ ਕੋਲੋਂ ਵੀ ਸੁਣਿਆ, ਤੇ ਸ਼ਾਇਦ ਕਿਤੇ ਟੈਲੀਵਿਜ਼ਨ ਤੇ ਰਾਖੀ ਵੀ ਇਹ ਚੀਜ਼ਾਂ ਸਾਡੇ ਕੰਨਾਂ ਦੇ ਵਿੱਚ ਪਈਆਂ ਨੇ, ਪਰ ਸ਼ਾਇਦ ਉਹਨਾਂ ਦੇ ਅਰਥਾਂ ਨੂੰ ਸਮਝਣ ਦੇ ਵਿੱਚ ਵਕਤ ਲੱਗ ਗਿਆ। ਗੱਲ ਬੜੀ ਪਿਆਰੀ ਹੈ, ਜਿੱਥੇ ਰਾਜਾ ਆ ਗਿਆ ਉੱਥੇ ਹੀਰੇ ਮੋਤੀਆਂ ਦੀ ਘਾਟ ਨਹੀਂ ਰਹਿ ਜਾਂਦੀ। ਆਮ ਕਰਕੇ ਲੋਕ ਕਹਿ ਦਿੰਦੇ ਵੀ ਰਾਜਿਆਂ ਦੇ ਘਰ ਮੋਤੀਆਂ ਦਾ ਕਾਲ ਥੋੜ੍ਹਾ ਹੁੰਦਾ ਹੈ। ਸੋ ਕਹਿਣ ਤੋਂ ਭਾਵ ਅਸੀਂ ਮੰਗਾਂ ਵੀ ਮੰਗੀਆਂ ਨੇ, ਬੜੀਆਂ ਛੋਟੀਆਂ ਮੰਗਾਂ ਮੰਗੀਆਂ ਨੇ, ਜਿਨ੍ਹਾਂ ਬਾਰੇ ਮੈਂ ਅਕਸਰ ਕਹਿਣਾ ਹੁੰਦਾ, ਸਾਡੀ ਗਲੀ ਪੱਕੀ ਕਰਵਾ ਦਿਓ, ਵੇਖੋ ਜੀ ਕਿੱਡੀ ਵੱਡੀ ਮੰਗ ਹੈ। ਦੂਜਾ ਕਹਿੰਦਾ ਜੀ ਮੇਰੇ ਘਰ ਤੱਕ ਗਲੀ ਪੜਾ ਦਿਓ। ਤੀਜਾ ਕਹਿ ਦਿੰਦਾ ਗਲੀਆਂ ਸਾਡੀਆਂ, ਨਾਲੀਆਂ ਸਾਡੀਆਂ। ਇੱਥੇ ਦੋਸਤੋ ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਗੱਲ ਅੱਗੇ ਵੀ ਕਹਿਣਾ ਹੁੰਦਾ, ਅੱਜ ਵੀ ਕਹਾਂਗਾ। ਕਰੀਬ ਮੈਂ 8-9 ਸਾਲਾਂ ਦਾ ਹੋਵਾਂਗਾ, ਤੇ ਸਾਡੇ ਪਿੰਡਾਂ ਦੇ ਵਿੱਚ ਜਿਹੜਾ ਵੋਟ ਮੰਗਣ ਦੇ ਲਈ ਆਉਂਦਾ ਹੁੰਦਾ ਸੀ, ਉਹ ਇੱਕੋ ਗੱਲ ਕਹਿੰਦੇ ਹੁੰਦੇ ਸੀ, ਸਰਦਾਰ ਬਲਦੇਵ ਸਿੰਘ ਜੀ ਤੁਹਾਡੀਆਂ ਗਲੀਆਂ ਨਾਲੀਆਂ ਪੱਕੀਆਂ ਕਰਵਾ ਦਿਆਂਗੇ, ਪਰ ਵੋਟ ਸਾਨੂੰ ਜ਼ਰੂਰ ਪਾਇਆ ਜੇ। ਸਮਾਂ ਬੀਤਦਾ ਗਿਆ, ਜ਼ਿੰਦਗੀ ਦੇ ਵਿੱਚ 30 ਸਾਲ ਦਾ ਵਕਬਾ ਕੋਈ ਛੋਟਾ ਨਹੀਂ ਹੁੰਦਾ। 30 ਸਾਲਾਂ ਬਾਅਦ ਜੇ 38-39 ਸਾਲਾਂ ਦੇ ਹੋ ਗਏ, ਅੱਜ ਵੀ ਘਰ ਦੇ ਵਿੱਚ ਬੈਠੇ ਹੋਈਏ ਤੇ ਕੋਈ ਵੋਟ ਲੈਣ ਦੇ ਲਈ ਆਉਂਦਾ, ਇੱਕੋ ਗੱਲ ਕਹਿ ਦਿੰਦੇ ਨੇ, ਸਰਦਾਰ ਬਲਦੇਵ ਸਿੰਘ ਜੀ ਤੁਹਾਡੀਆਂ ਗਲੀਆਂ ਨਾਲੀਆਂ ਪੱਕੀਆਂ ਕਰਵਾ ਦਿਆਂਗੇ,
ਤੇ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਵੀ 30 ਸਾਲ ਪਹਿਲਾਂ ਵੀ ਗਲੀਆਂ ਨਾਲੀਆਂ ਤੇ ਖਲੋਤੇ ਸਾਂ ਤੇ 30 ਸਾਲਾਂ ਬਾਅਦ ਵੀ ਗਲੀਆਂ ਨਾਲੀਆਂ ਦੀ ਹੀ ਗੱਲ ਚੱਲਦੀ ਪਈ ਏ। ਸਾਡੀ ਗੱਲ ਗਲੀਆਂ ਨਾਲੀਆਂ ਤੋਂ ਅੱਗੇ ਚੱਲੇਗੀ। ਐਜੂਕੇਸ਼ਨ ਸਾਡਾ ਕੋਈ ਮੁੱਦਾ ਖੋਵੇਗਾ, ਸਾਡੇ ਬੱਚਿਆਂ ਦਾ ਭਵਿੱਖ ਕੋਈ ਮੁੱਦਾ ਖੋਵੇਗਾ, ਸਿਹਤ ਸੇਵਾਵਾਂ ਸਾਡਾ ਕੋਈ ਮੁੱਦਾ ਖੋਣਗੀਆਂ। ਕਿੰਨੀ ਵਾਰ ਮੈਂ ਕਹਿਣਾ ਹੁੰਦਾ ਕਿ ਇਹ ਸਾਰੇ ਜਿਹੜੇ ਨੇ ਮੁੱਦੇ ਪੰਜਾਬ ਦੇ ਲੋਕ ਲੈ ਕੇ ਚੱਲਣ। ਜੇ ਥਰਡ ਫਰੰਟ ਚਾਹੀਦਾ, ਤੀਜੀ ਧਿਰ ਚਾਹੀਦਾ ਤੇ ਤੁਹਾਡੇ ਮੁੱਦੇ ਵੀ ਸਟਰੋਂਗ ਹੋਣੇ ਚਾਹੀਦੇ ਨੇ, ਕਿਉਂਕਿ ਇਹਨਾਂ ਨੇ ਤੁਹਾਨੂੰ ਚੰਗੀ ਤਰ੍ਹਾਂ ਉਧੇੜ ਲਿਆ, ਚੰਗੀ ਤਰ੍ਹਾਂ ਟੋਹ ਕੇ ਵੇਖ ਲਿਆ ਵੀ ਇਸ ਤੋਂ ਅੱਗੇ ਤੁਸੀਂ ਨਹੀਂ ਜਾਣਾ ਤੇ ਆਪਣੀ ਪੂਰੀ ਤਿਆਰੀ ਕਰਕੇ ਬੈਠੇ ਹੋਏ ਨੇ। ਸੋ ਸਾਨੂੰ ਵਿਚਾਰਨਾ ਪੈਣਾ। ਕੋਈ ਵੀ ਦੇਸ਼ ਤਰੱਕੀ ਇਸ ਕਰਕੇ ਨਹੀਂ ਕਰਦਾ ਹੁੰਦਾ ਕਿ ਉੱਥੋਂ ਦੀਆਂ ਬਿਲਡਿੰਗਸ ਬਹੁਤ ਵੱਡੀਆਂ ਵੱਡੀਆਂ ਨੇ। ਉੱਥੋਂ ਦੀ ਤਰੱਕੀ ਦਾ ਰਾਜ ਉੱਥੋਂ ਦੇ ਲੋਕਾਂ ਦੇ ਦਿਲੋਂ ਦਿਮਾਗ ਵਿੱਚ ਹੁੰਦਾ, ਉਹਨਾਂ ਦੀ ਮੈਂਟੈਲਿਟੀ ਦੇ ਵਿੱਚ ਹੁੰਦਾ। ਸੋ ਸਾਨੂੰ ਵੀ ਆਪਣੀ ਸੋਚ ਦਾ ਪੱਧਰ ਬੜਾ ਉੱਚਾ ਚੁੱਕਣਾ ਪੈਣਾ ਤਾਂ ਕਿ ਰਵਾਇਤੀ ਪਾਰਟੀਆਂ ਤੋਂ ਸਾਡਾ ਛੁਟਕਾਰਾ ਹੋ ਸਕੇ। ਭੈਣ ਜੀ ਨਾਲ ਹੋਰ ਵੀ ਬੜੀਆਂ ਗੱਲਾਂ ਬਾਤਾਂ ਕਰਦੇ ਹਾਂ। ਭੈਣ ਜੀ, ਤੁਸੀਂ ਅਕਸਰ ਇਹ ਗੱਲ ਕਹਿੰਦੇ ਹੁੰਦੇ ਹੋ ਵੀ ਸਰਕਾਰਾਂ ਬੜੇ ਗਲਤ ਫੈਸਲੇ ਲੈਂਦੀਆਂ ਨੇ, ਜਿਵੇਂ ਕਿ ਮੱਤੇਵਾੜਾ ਜੰਗਲ ਦੀ ਗੱਲ ਕਰੀਏ, ਜਲਿਆਂਵਾਲੇ ਬਾਗ ਦੀ ਗੱਲ ਕਰੀਏ, ਤਸਵੀਰਾਂ ਫਿਰ ਅਚਾਨਕ ਜਿਹੜੇ ਉਹਨਾਂ ਦੇ ਵਿੱਚ ਬਦਲ ਆ ਜਾਂਦੇ ਨੇ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੇਰੇ ਖਿਆਲ 'ਚ ਅੱਗੇ ਸਰਕਾਰਾਂ ਨੇ ਵਜ਼ੀਰ ਰੱਖੇ ਹੁੰਦੇ ਸੀ, ਰਾਜਿਆਂ ਨੇ ਵਜ਼ੀਰ ਰੱਖੇ ਹੁੰਦੇ ਸੀ। ਜੋ ਉਹ ਵਜ਼ੀਰ ਜਿਹੜੇ ਹੁੰਦੇ ਸੀ ਉਹਨਾਂ ਨੂੰ ਉਹਨਾਂ ਦੀ ਜਿੱਦਾਂ ਦਿਮਾਗੀ, ਜਿੱਦਾਂ ਉਹ ਕਿੰਨੇ ਸਿਆਣੇ ਆ, ਇਸ ਤਰੀਕੇ ਨਾਲ ਰੱਖੇ ਜਾਂਦੇ ਸੀ। ਸਾਰੇ ਰਾਜ ਵਿੱਚੋਂ ਲੱਭ ਕੇ ਵਜ਼ੀਰ ਰੱਖੇ ਜਾਂਦੇ ਸੀ, ਉਹ ਕਿਸੇ ਦੀ ਸਿਫਾਰਿਸ਼ ਨਾਲ ਨਹੀਂ ਰੱਖੇ। ਹਾਂ, ਵੀ ਰਾਜੇ ਨੂੰ ਸਹੀ ਗਾਈਡ ਕਰਨ, ਰਾਜੇ ਨੇ ਫੈਸਲੇ ਲੈਣੇ ਹੁੰਦੇ ਨੇ। ਬਿਲਕੁਲ ਜੀ। ਤਾਂ ਉਹ ਜਿਹੜੇ ਵਜ਼ੀਰ ਹੁੰਦੇ ਸੀ ਬੜੇ ਸਿਆਣੇ ਹੁੰਦੇ ਸੀ। ਜਿਵੇਂ ਹੁਣ ਆਪਾਂ ਅਕਬਰ ਦਾ ਹੀ ਕਹਿ ਲਈਏ ਕਿ ਅਕਬਰ ਆਪ ਅਨਪੜ੍ਹ ਬਾਦਸ਼ਾਹ ਸੀਗਾ ਤੇ ਉਹਦੇ ਵਜ਼ੀਰ ਮਤਲਬ ਬਹੁਤ ਸਿਆਣਾ ਸੀਗਾ। ਸੋ ਜਿਹੜੇ ਸਾਡੇ ਹੁਣ ਵਾਲੇ ਰਾਜੇ ਆ, ਉਹ ਆਪ ਤਾਂ ਉਹਨਾਂ ਕੋਲ ਇੰਨਾ ਸਮਾਂ ਹੀ ਨਹੀਂ ਹੈਗਾ, ਐਸ਼ ਪ੍ਰਸਤੀ ਵਿੱਚ ਪਏ ਹੋਏ ਆ ਬਿਨਾਂ ਸ਼ੱਕ। ਤੇ ਜਿਹੜੇ ਉਹਨਾਂ ਦੇ ਵਜ਼ੀਰ ਆ, ਜਿਹੜੇ ਉਹਨਾਂ ਨੂੰ ਸਲਾਹਕਾਰ ਆ, ਜਿਹੜੇ ਉਹਨਾਂ ਨੂੰ ਸਲਾਹ ਵੀ ਇਸ ਤਰੀਕੇ ਨਾਲ ਦਿੰਦੇ ਆ ਕਿ ਪਹਿਲਾਂ ਜਿੱਦਾਂ ਕਹਿੰਦੇ ਘਰ ਬਣਾ ਲਓ ਤੇ ਫਿਰ ਢਾਹ ਲਓ। ਅੱਗੇ ਕਹਿੰਦੇ ਹੁੰਦੇ ਸੀ ਕਿ ਹੱਥਾਂ ਨਾਲ ਬਣਾਵਾਂਗੇ ਤੇ ਪੈਰਾਂ ਨਾਲ ਢਾਵਾਂਗੇ। ਮੱਤੇਵਾੜ ਜੰਗਲ ਦੀ ਗੱਲ ਕਰ ਲਓ, ਜੇ ਤਾਂ ਲੋਕਾਂ ਤੱਕ ਗੱਲ ਪਹੁੰਚ ਗਈ ਬਈ ਹਾਂ ਰੌਲਾ ਪੈ ਗਿਆ ਤਾਂ ਫਿਰ ਠੱਪ ਕਰ ਦਿਓ ਤੇ ਨਹੀਂ ਤਾਂ ਕਮਲ ਕੁੱਟ ਦਿਓ। ਜੇ ਹੁਣ ਜਲਿਆਂਵਾਲੇ ਬਾਗ 'ਚ ਵੀ ਪ੍ਰੋਬਲਮ ਕੀਤੀ, ਤਸਵੀਰਾਂ ਗਲਤ ਲਾ ਦਿੱਤੀਆਂ, ਫਿਰ ਢਾਉਣ ਚਲੇ ਜਾਓ। ਤੇ ਜਿਵੇਂ ਕਹਿੰਦੇ ਵੀ ਉਹ ਮੈਨੂੰ ਫੇਰ ਇੱਕ ਗੱਲ, ਮੇਰੇ ਨਾਨਾ ਜੀ ਬਹੁਤ ਮੈਨੂੰ ਸੋਹਣੀਆਂ ਗੱਲਾਂ ਸੁਣਾਉਂਦੇ ਹੁੰਦੇ ਸੀ। ਮੈਂ ਤੁਸੀਂ ਸੁਣਾਓ ਜੀ, ਤੁਹਾਨੂੰ ਖੁੱਲਾ ਟਾਈਮ ਦਿੰਦੇ ਅੱਜ। ਤਾਂ ਮੇਰੇ ਨਾਨਾ ਜੀ ਗੱਲ ਸੁਣਾਉਂਦੇ ਹੁੰਦੇ ਸੀ ਵੀ ਕਿਸੇ ਕੁੜੀ ਨੂੰ ਦੇਖਣ ਜਿੱਦਾਂ ਗਏ ਉਹਨਾਂ ਦੇ ਘਰ, ਤਾਂ ਮਾਂ ਤੇ ਪਿਓ ਕੋਈ ਨਹੀਂ ਹੈਗਾ ਸੀ ਤੇ ਪੁੱਛਦੇ ਆ ਵੀ ਬੇਟਾ ਵੀ ਤੇਰੇ ਮੰਮੀ ਡੈਡੀ ਕਿੱਧਰ ਗਏ ਹੈਗੇ ਆ। ਤੇ ਉਹ ਮਤਲਬ ਹਜੇ ਕਹਿੰਦੇ ਵੀ ਮੰਮੀ ਤਾਂ ਕਹਿੰਦੇ ਆਉਣ ਵਾਲੀ ਕੋਈ ਨਹੀਂ, ਇੱਥੇ ਗਈ। ਤੇ ਕਹਿੰਦੇ ਫਿਰ ਪਾਪਾ ਬਾਰੇ ਦੱਸ ਵੀ ਉਹ ਕਿੱਥੇ ਆ। ਕਹਿੰਦੀ ਉਹ ਖੜੀ ਬਣਾਉਣ ਗਏ ਆ। ਉਹ ਕਹਿੰਦੇ ਖੜੀ ਬਣਾਉਣ, ਤੇ ਕਹਿੰਦੀ ਹਾਂ ਵੀ ਇਹ ਡੰਡੀ ਪਾ ਲੈਂਦੇ ਲੋਕ ਕਣਕ ਦੇ ਵਿੱਚ ਦੀ। ਤੇ ਕਹਿੰਦੀ ਮੇਰਾ ਬਾਪੂ ਫਿਰ ਉਸ ਤੋਂ ਉੱਥੇ ਛਾਪੇ ਲਾਇਆ ਆਉਂਦਾ, ਲੋਕੀ ਗਾਂ ਡੰਡੀ ਬਣਾ ਲੈਂਦੇ ਆ। ਤੇ ਉਹ ਡੰਡੀ ਬਣਾ ਮਤਲਬ ਸਾਡੇ ਪੰਜਾਬ ਦੀ ਹਾਲਤ ਹੁਣ ਉਹ ਹੋ ਗਈ ਹੈ ਕਿ ਅਸੀਂ ਹੁਣ ਉਹ ਡੰਡੀਆਂ ਪਹਿਲਾਂ ਬਣਾ ਦਿੰਦਾ ਸਾਡੇ ਮਹਾਰਾਜਾ ਸਾਹਿਬ, ਜਿੱਦਾਂ ਜਾਂ ਜੋ ਵੀ ਸਰਕਾਰਾਂ ਜਿਹੜੀਆਂ ਮੌਜੂਦਾ ਹੁੰਦੀਆਂ। ਇਕੱਲਾ ਅਸੀਂ ਕੈਪਟਨ ਸਾਹਿਬ ਨੂੰ ਵੀ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਕਾਫੀ ਸਾਲਾਂ ਤੋਂ ਦੇਖ ਰਹੇ ਹਾਂ। ਤੇ ਇਹ ਜਿਹੜੀ ਇੱਕ ਦਿਨ 'ਚ ਇਹ ਹਾਲਤ ਨਹੀਂ ਸਾਡੇ ਪੰਜਾਬ ਦੀ ਹੋਈ। ਤਾਂ ਇੱਕ ਪਹਿਲਾਂ ਡੰਡੀ ਬਣਾ ਲੈਂਦੇ ਆ ਤੇ ਫਿਰ ਢਾਹ ਦਿੰਦੇ ਆ। ਦੇਖਦੇ ਤਾਂ ਲੋਕ ਬੋਲ ਪਏ ਤਾਂ ਠੀਕ ਆ, ਤੇ ਨਹੀਂ ਤਾਂ ਮਤਲਬ ਬਹੁਤ ਮੇਰੇ ਖਿਆਲ ਤਰਾਸਦੀ, ਉਹਨਾਂ ਨੂੰ ਆਪਣੇ ਵਜ਼ੀਰ ਬਦਲ ਲੈਣੇ ਚਾਹੀਦੇ ਆ। ਤੁਹਾਨੂੰ ਲੱਗਦਾ ਨਹੀਂ ਵੀ ਇਸ ਤਰੀਕੇ ਨਾਲ ਜਿਹੜਾ ਤੁਹਾਡੇ ਸਭ ਦੇ ਅੰਦਰ ਲੋਕਾਂ ਦੇ ਵਿੱਚ ਇੱਕ ਪ੍ਰੈਸ਼ਰ ਬਣਿਆ ਹੁੰਦਾ ਆ, ਉਹਨਾਂ ਨੂੰ ਲੱਗਦਾ ਵੀ 5ਵਾਂ ਸਾਲ ਆਉਣ ਵਾਲਾ, ਉਸ ਤੋਂ ਪਹਿਲਾਂ ਪ੍ਰੈਸ਼ਰ ਜਿਹੜਾ ਰਿਲੀਜ਼ ਕਰਵਾ ਦਈਏ, ਭਾਵੇਂ ਉਹ ਮੱਤੇਵਾੜਾ ਜੰਗਲ ਦੀ ਗੱਲ ਹੋਵੇ, ਤਸਵੀਰਾਂ ਦੀ ਗੱਲ ਹੋਵੇ। ਤੁਹਾਡੇ ਸਭ ਦੇ ਅੰਦਰ ਇੱਕ ਪ੍ਰੈਸ਼ਰ ਸੀ ਸਰਕਾਰਾਂ ਦੇ ਖਿਲਾਫ। ਉਹਨਾਂ ਨੇ ਇਹ ਮੁੱਦਾ ਚੁੱਕਿਆ, ਉਸ ਤੋਂ ਬਾਅਦ ਉਹ ਆਪਣਾ ਮੁੱਦਾ ਵਾਪਸ ਲੈ ਲਿਆ ਸੀ, ਸ਼ਾਂਤ ਹੋ ਗਏ, ਸਰਕਾਰ ਚੰਗੀ ਹੈ ਜੀ, ਲੋਕ ਰੋਹ ਦੇ ਅੱਗੇ ਝੁਕ ਗਈ। ਅਸੀਂ ਕਦੀ ਇਹ ਨਹੀਂ ਸੋਚਿਆ ਵੀ ਇਹ ਫੈਸਲਾ ਲਿਆ ਹੀ ਕਿਉਂ ਗਿਆ ਸੀ। ਕਦੀ ਤੁਹਾਨੂੰ ਲੱਗਦਾ ਨਹੀਂ ਵੀ ਲੋਕਾਂ ਦਾ ਪ੍ਰੈਸ਼ਰ ਰਿਲੀਜ਼ ਕਰਾਉਣ ਵਾਸਤੇ ਇਲੈਕਸ਼ਨ ਤੋਂ ਪਹਿਲਾਂ ਇਹ ਕੰਮ ਹੁੰਦੇ ਆ? ਬਿਲਕੁਲ। ਕੁਛ ਤਾਂ ਸਰਕਾਰ ਦੇ ਚਹੇਤੇ ਲੋਕ ਹੁੰਦੇ ਆ ਜਿਹੜਾ ਉਹਨਾਂ ਨੂੰ ਲੱਗਦਾ ਕਿ ਆਪਾਂ ਰਾਤੇ ਰਾਤ ਉਹਨਾਂ ਦੀ ਹੈਲਪ ਕਰ ਦਈਏ। ਤੇ ਕੁਛ ਫਿਰ ਇਦਾਂ ਦਾ ਹੁੰਦਾ ਵੀ ਜਿਵੇਂ ਜੇ ਉਹ ਮਤਲਬ 50-50 ਜੇ ਆਪਾਂ ਕਹਿ ਲਈਏ, ਉਹ ਆਪਣੀਆਂ ਵੋਟ ਬੈਂਕ ਹੀ ਵਧਾ ਰਹੇ ਹੁੰਦੇ ਆ ਵੀ ਜੇ ਤਾਂ ਉਹਨਾਂ ਨੇ ਉਹ ਕੰਮ 'ਚੋਂ ਸਫਲ ਹੋ ਗਏ ਤਾਂ ਸਾਡੀਆਂ ਉਹ ਵੋਟਾਂ ਹੈਗੀਆਂ, ਜੇ ਮਤਲਬ ਰੌਲਾ ਪੈ ਗਿਆ ਤੇ ਫਿਰ ਅਸੀਂ ਗੱਲ ਮੰਨ ਲਈ ਤਾਂ ਸਾਡੀਆਂ ਉਹ ਵੋਟਾਂ ਹੈਗੀਆਂ। ਤੇ ਮੇਰੇ ਖਿਆਲ 'ਚ ਸਰਕਾਰ ਦੀ ਬਹੁਤ ਵੱਡੀ ਪਾਲਿਸੀ ਆ, ਸਰਕਾਰ ਦੀਆਂ ਨੀਤੀਆਂ ਨੇ। ਜੇ ਸਰਕਾਰ ਦੀਆਂ ਨੀਤੀਆਂ ਦੀ ਗੱਲ ਕਰੀਏ, ਤੁਸੀਂ ਅਕਸਰ ਇਹ ਗੱਲ ਕਹਿੰਦੇ ਹੁੰਦੇ ਵੀ ਸਮਾਜ ਵਿੱਚ ਅਮੀਰ ਹੋ ਰਿਹਾ ਤੇ ਗਰੀਬ ਦਿਨ ਬ ਦਿਨ ਗਰੀਬ ਹੋ ਰਿਹਾ। ਇਹਦਾ ਜ਼ਿੰਮੇਵਾਰ ਸਰਕਾਰ ਹੈ ਜਾਂ ਅਸੀਂ ਖੁਦ ਹੀ ਹਾਂ? ਅਸੀਂ ਖੁਦ ਵੀ ਇਹਦੇ ਜ਼ਿੰਮੇਵਾਰ ਹੈਗੇ ਆ। ਸਰਕਾਰਾਂ ਤਾਂ ਹੈ ਹੀ ਹੈ, ਸਾਨੂੰ ਹੱਕ ਹੀ ਨਹੀਂ ਮੰਗਣੇ ਆਏ। ਹੁਣ ਤੁਸੀਂ ਦੇਖੋ, ਇੱਕ ਰੇਹੜੀ ਵਾਲਾ ਰੇਹੜੀ ਨਹੀਂ ਲਾ ਸਕਦਾ ਕਰੋਨਾ ਦੇ ਵਿੱਚ, ਤੇ ਵੱਡੇ ਵੱਡੇ ਮਾਲ ਖੁੱਲ੍ਹੇ ਹੋਏ ਆ। ਤੁਸੀਂ ਹੁਣ ਜੇ ਬੱਸਾਂ ਦੀ ਗੱਲ ਕਰੀਏ, ਬਹੁਤੀਆਂ ਬੱਸਾਂ ਸਾਡੀਆਂ ਸਰਕਾਰਾਂ ਦੀਆਂ ਬੱਸਾਂ ਹੈਗੀਆਂ, ਵੱਡੇ ਲੋਕਾਂ ਦੀਆਂ ਬੱਸਾਂ, ਅਮੀਰ ਲੋਕਾਂ ਦੀਆਂ ਬੱਸਾਂ, ਜਿਹੜੇ ਮਤਲਬ ਉਸ ਬੱਸ 'ਚ ਤਾਂ ਤੁਸੀਂ ਦੇਖੋ ਵੀ 50 ਜਾਣੇ ਬੈਠ ਸਕਦੇ, 30 ਜਾਣੇ ਬੈਠ ਸਕਦੇ ਆ। ਤੇ ਜੇ ਹੁਣ ਆਪਾਂ ਉਵੇਂ ਕਹੀਏ ਵੀ ਪਬਲਿਕ ਥਾਵਾਂ 'ਤੇ ਲੋਕਾਂ ਨੇ 5 ਲੋਕਾਂ ਨੇ ਇਕੱਠੇ ਹੋ ਕੇ ਕੋਈ ਆਪਣੇ ਵਪਾਰ ਦੀ ਗੱਲ ਕਰਨੀ ਜਾਂ ਕੋਈ ਪਰਿਵਾਰ ਦੀ ਗੱਲ ਕਰਨੀ, ਤਾਂ ਉਹ ਅਸੀਂ ਕਰ ਨਹੀਂ ਸਕਦੇ।
ਤਾਂ ਹਾਂਜੀ ਉੱਥੇ 144 ਲਾਤੀ ਕਿ ਅਸੀਂ ਆਪਣੇ ਹੱਕ ਹੀ ਨਾ ਮੰਗ ਸਕੀਏ। ਅਸੀਂ ਇਕੱਠੇ ਨਹੀਂ ਹੋਵਾਂਗੇ ਤਾਂ ਅਸੀਂ ਹੱਕ ਨਹੀਂ ਮੰਗ ਸਕਾਂਗੇ। ਤਾਂ ਮੇਰੇ ਖਿਆਲ 'ਚ ਸਾਨੂੰ ਸਰਕਾਰਾਂ ਦੀਆਂ ਮਤਲਬ ਸੋਚਣਾ ਪਊਗਾ। ਜੇ ਅਸੀਂ ਚੁੱਪ ਕਰਕੇ ਬੈਠੇ ਰਵਾਂਗੇ ਤਾਂ ਇਹ ਹੱਲ ਹੋਣ ਵਾਲਾ ਨਹੀਂ। ਜਿਵੇਂ ਮੱਤੇਵਾੜੇ ਦਾ ਜੰਗਲ ਦੀ ਜੇ ਗੱਲ ਕਰੀਏ ਤਾਂ ਉਸ ਦਿਨ ਫੇਸਬੁੱਕ ਤੇ ਆਇਆ ਤੇ ਅਸੀਂ ਵੀ ਕਾਫੀ ਪਰਚੇ ਛਪਵਾ ਲਏ ਕਿ ਅਸੀਂ ਕੱਲ ਨੂੰ ਮਤਲਬ ਲੈ ਕੇ ਕਿ ਜੰਗਲ ਸਾਡੀ ਪ੍ਰਾਪਰਟੀ ਹੈ, ਇਹਨਾਂ ਨੂੰ ਨਹੀਂ ਅਸੀਂ ਵੱਢਣ ਦੇਵਾਂਗੇ। ਤਾਂ ਬਹੁਤ ਲੋਕਾਂ ਦਾ ਸਾਥ ਮੈਨੂੰ ਵੀ ਮਿਲਿਆ ਤਾਂ ਅਸੀਂ ਫੇਸਬੁੱਕ ਤੇ ਉਹ ਪਾ ਦਿੱਤੀ ਸੀ। ਤੇ ਦੂਸਰੇ ਦਿਨ ਮੈਨੂੰ ਇਹ ਸੀਗਾ ਵੀ ਜੇ ਕੋਈ ਨਹੀਂ ਆਊਗਾ ਤਾਂ ਮੈਂ ਇਕੱਲੀ ਜਾ ਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਵਾਂਗੀ ਕਿ ਕੋਈ ਤਾਂ ਹੋਣਾ ਚਾਹੀਦਾ ਨਾ ਵੀ ਅਸੀਂ ਇਹ ਲੋਕ ਵਿਰੋਧ ਕਰ ਰਹੇ ਆ। ਤੇ ਜੇ ਅਸੀਂ ਸਾਰੇ ਚੁੱਪ ਕਰ ਜਾਵਾਂਗੇ, ਵਿਰੋਧ ਹੀ ਨਾ ਕਰਾਂਗੇ, ਫਿਰ ਤਾਂ ਅਸੀਂ ਆਪਦੇ ਹੱਕ ਖੁਦ ਮਿੱਧ ਰਹੇ ਆ ਪੈਰਾਂ ਹੇਠਾਂ। ਹਾਂਜੀ ਬਿਲਕੁਲ ਦਰਸ਼ਕੋ, ਜੇ ਗੱਲ ਕਰੀਏ ਮੱਤੇਵਾੜਾ ਜੰਗਲ ਦੀ, ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਮਾਮਲਾ ਬਣ ਗਿਆ ਸੀ। ਕਿਉਂਕਿ ਇੱਕ ਚੀਜ਼ ਮਹਿਸੂਸ ਕਰਿਆ ਜੇ, ਲੁਧਿਆਣੇ ਦੇ ਵਿੱਚ ਬਹੁਤ ਜ਼ਿਆਦਾ ਇੰਡਸਟਰੀ ਹੈ। ਇੰਡਸਟਰੀ ਹੋਣ ਕਰਕੇ ਬਹੁਤ ਜ਼ਿਆਦਾ ਪ੍ਰਵਾਸੀ ਵੀਰ ਵੀ ਇੱਥੇ ਨੇ, ਪਿੰਡਾਂ ਦੇ ਵਿੱਚੋਂ ਵੀ ਲੋਕ ਆਏ ਨੇ। ਬਹੁਤੀ ਆਬਾਦੀ, ਘਣੀ ਆਬਾਦੀ ਵਾਲਾ ਸ਼ਹਿਰ ਬਣ ਜਾਂਦਾ ਜੇ ਆਪਾਂ ਗੱਲ ਕਰੀਏ ਲੁਧਿਆਣਾ ਦੀ। ਤੇ ਲਾਗੇ ਇੱਕ ਐਸਾ ਮੱਤੇਵਾੜਾ ਜੰਗਲ ਹੈ ਜਿਹਦੇ ਕਰਕੇ ਸਾਨੂੰ ਇੰਜ ਕਹਿ ਸਕਦੇ ਹਾਂ ਕਿ ਸ਼ੁੱਧ ਹਵਾ ਜ਼ਰੂਰ ਮਿਲਦੀ ਹੋਵੇਗੀ। ਕਿਉਂਕਿ ਹਵਾ ਦਾ ਵੇਗ ਕਿੱਧਰ ਜਾ ਰਿਹਾ ਹੈ, ਠੀਕ ਹੈ, ਸਾਰੇ ਪਾਸੇ ਆਉਂਦੀ ਹੋਵੇਗੀ। ਪਰ ਜਦੋਂ ਉੱਥੇ ਇਸ ਤਰੀਕੇ ਦੇ ਨਾਲ ਏਡੀ ਵੱਡੀ ਤਾਦਾਦ ਵਿੱਚ ਉਸ ਜੰਗਲ ਨੂੰ ਖਤਮ ਕਰ ਦਿੱਤਾ ਜਾਵੇਗਾ, ਪਰਿੰਦਿਆਂ ਦੇ ਘਰ ਵੀ ਤਬਾਹ ਹੋਣਗੇ ਔਰ ਹਕੀਕਤ ਇਹ ਆ ਅਸੀਂ ਆਕਸੀਜਨ ਤੋਂ ਵਾਂਝੇ ਰਹਿ ਜਾਵਾਂਗੇ। ਬੜਾ ਵੱਡਾ ਸਾਡਾ ਨੁਕਸਾਨ ਹੋਵੇਗਾ। ਲੋਕਾਂ ਨੇ ਬਹੁਤ ਵੱਡੀ ਆਵਾਜ਼ ਬੁਲੰਦ ਕੀਤੀ, ਉਹਦੇ ਰਿਜ਼ਲਟ ਕਾਫੀ ਸਾਰਥਕ ਵੀ ਆਏ ਨੇ। ਇੰਜ ਕਹਿ ਸਕਦੇ ਹਾਂ ਵੀ ਜੇ ਅਸੀਂ ਇਕੱਠੇ ਹੋ ਜਾਈਏ ਤੇ ਪੀਸਫੁਲੀ ਤਰੀਕੇ ਦੇ ਨਾਲ ਪ੍ਰੋਟੈਸਟ ਕਰੀਏ ਤੇ ਉਹਦਾ ਅੱਛਾ ਰਿਜ਼ਲਟ ਮਿਲ ਸਕਦਾ। ਭੈਣ ਜੀ, ਇੱਕ ਹੋਰ ਮਨ ਦੇ ਵਿੱਚ ਸਵਾਲ ਹੈ, ਤੁਸੀਂ ਕਹਿੰਦੇ ਹੁੰਦੇ ਹੋ ਵੀ ਆਪਣਾ ਹੱਕ ਮੰਗਣਾ ਅਸੀਂ ਕਿਉਂ ਭੁੱਲ ਰਹੇ ਹਾਂ? ਕੀ ਨੌਕਰੀਆਂ ਸਾਨੂੰ ਭੀਖ ਦੇ ਵਿੱਚ ਮਿਲਣੀਆਂ ਚਾਹੀਦੀਆਂ ਨੇ? ਇਹ ਭੀਖ ਤੁਸੀਂ ਕਿਸ ਨੂੰ ਕਹਿ ਰਹੇ ਹੋ? ਬਿਲਕੁਲ, ਮੈਂ ਸੋਚਦੀ ਹਾਂ ਕਿ ਜਿਹੜੀ ਨੌਕਰੀ ਲੈਣੀ ਆ ਉਹ ਸਾਡਾ ਹੱਕ ਆ, ਨਾ ਕਿ ਅਸੀਂ ਉਹਨੂੰ ਕਹੀਏ ਵੀ ਸਰਕਾਰਾਂ ਅਸੀਂ ਤੁਹਾਨੂੰ ਵੋਟ ਪਾਉਣੇ ਤਾਂ ਸਾਨੂੰ ਨੌਕਰੀ ਦਿਓ। ਮੇਰੇ ਖਿਆਲ 'ਚ ਇਹ ਸਾਡੀ ਜਿਹੜੀ ਨੌਜਵਾਨੀ ਦੀ ਸਭ ਤੋਂ ਵੱਡੀ ਤਰਾਸਦੀ ਆ। ਸਾਨੂੰ ਜਿੱਦਾਂ ਅਸੀਂ ਹੁਣ ਨੌਕਰੀ ਮੰਗਣ ਜਾਂਦੇ ਆ ਤੇ ਅਕਸਰ ਹੀ ਸਾਡੇ ਹੁਣ ਮਤਲਬ ਬੇਰੁਜ਼ਗਾਰ ਨੌਜਵਾਨਾਂ ਦੇ ਪਾਣੀ ਦੀਆਂ ਵਿਛਾੜਾਂ ਤੇ ਉਹਨਾਂ ਨੂੰ ਜ਼ਖਮੀ ਕੀਤਾ ਜਾਂਦਾ ਹੈ। ਅਸੀਂ ਲੀਗਲੀ ਉਹਨਾਂ ਤੋਂ ਕਿਉਂ ਨਹੀਂ ਨੌਕਰੀਆਂ ਦਾ ਮਤਲਬ ਹੱਕ ਮੰਗਦੇ? ਅਸੀਂ ਉੱਥੇ ਮੰਗਣ ਜੋ ਜਾਂਦੇ ਸਾਨੂੰ ਸਾਡੀ ਜਿਹੜੀ ਜਨਰੇਸ਼ਨ ਆ ਉਹਨੂੰ ਇੰਨੇ ਪੜ੍ਹ ਲਿਖ ਕੇ ਹਾਈ ਕੋਰਟ, ਸੁਪਰੀਮ ਕੋਰਟ 'ਚ ਇੱਦਾਂ ਦੇ ਮਤਲਬ ਆਪਦੇ ਜੱਜ ਖੜੇ ਕਰ ਦੇਣੇ ਚਾਹੀਦੇ ਆ ਕਿ ਸਾਨੂੰ ਨੌਕਰੀ ਘਰ ਆ ਕੇ ਕਹਿਣ ਵੀ ਆ ਤੁਸੀਂ ਇੰਨੇ ਪੜ੍ਹੇ ਹੋ ਤੇ ਆਹ ਸੀਟ ਜਿਹੜੀ ਸਿਰਫ ਤੁਹਾਡੇ ਲਈ ਰੱਖਵੀਂ ਪਈ ਆ। ਤੇ ਮੈਨੂੰ ਲੱਗਦਾ ਵੀ ਇਹ ਐਸੀ ਕੋਈ ਭੀਖ ਨਹੀਂ ਆ ਜਿਹੜੀ ਅਸੀਂ ਮੰਗਣ ਜਾਂਦੇ ਵੀ ਰਾਜਾ ਸਾਹਿਬ ਸਾਨੂੰ ਨੌਕਰੀਆਂ ਦਿਓ, ਸਾਡੀਆਂ ਤਨਖਾਹਾਂ ਵਧਾਓ। ਸਾਡੀ ਨੌਜਵਾਨੀ ਨੂੰ ਕੁਝ ਇਦਾਂ ਦੇ ਪਰਪੱਕ ਫੈਸਲੇ ਕਰਨੇ ਪੈਣਗੇ ਕਿ ਅਸੀਂ ਮਤਲਬ ਸਾਨੂੰ ਉਹ ਲੋਕ ਘਰ ਆਉਣ ਵੀ ਇਹ ਸੀਟ ਤਾਂ ਫਲਾਣੇ ਬੰਦੇ ਦੀ ਰਿਜ਼ਰਵ ਆ, ਭਾਵੇਂ ਕਿ ਉਹ ਇੱਕ ਬਹੁਤ ਜਿਵੇਂ ਆਪਾਂ ਕਹਿ ਦਈਏ ਕਿ ਪਛੜੀ ਹੋਈ ਸ਼੍ਰੇਣੀ ਦਾ ਹੋਵੇ ਜਾਂ ਕਿਸੇ ਬਸਤੀ 'ਚ ਰਹਿ ਰਿਹਾ ਹੋਵੇ, ਉਹ ਬੰਦੇ ਨੂੰ ਸਰਕਾਰ ਲੱਭੇ ਕਿ ਆ ਮੁੰਡਾ ਇੰਨਾ ਬੱਚਾ ਪੜ੍ਹਿਆ ਹੋਇਆ, ਬੱਚਾ ਨੌਕਰੀ ਨੂੰ ਲੱਭੇ, ਸਰਕਾਰ ਉਹਦੀ ਕਾਬਲੀਅਤ ਦੇ ਆਧਾਰ ਦੇ ਉੱਪਰ ਉਸ ਬੱਚੇ ਨੂੰ ਲੱਭੇ ਵੀ ਤੇਰੀ ਨੌਕਰੀ ਪੱਕੀ ਹੈ। ਬਿਲਕੁਲ ਜੀ ਬਿਲਕੁਲ। ਹੁਣ ਤੁਸੀਂ ਦੇਖੋ ਬੱਚਿਆਂ ਨੇ ਕਦੋਂ ਤੱਕ ਸੰਭਵ ਹੋਣ ਦੀ ਸੰਭਾਵਨਾ ਹੈ? ਸਾਡੇ ਜੀਵਨ ਦੇ ਵਿੱਚ ਹੋ ਜਾਏਗਾ। ਬਿਲਕੁਲ, ਜੇ ਅਸੀਂ ਕਰੀਏ ਤਾਂ ਕੀ ਨਹੀਂ ਹੋ ਸਕਦਾ। ਸਭ ਮਤਲਬ ਕੁਝ ਵੀ ਇੰਪੋਸੀਬਲ ਨਹੀਂ। ਜਿੱਦਾਂ ਇੰਪੋਸੀਬਲ ਨੂੰ ਵੀ ਕਹਿ ਦਿੰਦੇ ਕਿ ਇੰਪੋਸੀਬਲ ਇਦਾਂ ਦਾ ਸ਼ਬਦ ਆ ਜਿਹਦੇ ਮੂਹਰੇ ਲੱਗਿਆ ਹੁੰਦਾ ਆਈ ਐਮ ਪੋਸੀਬਲ, ਕਿ ਕੁਝ ਵੀ ਅਸੰਭਵ ਨਹੀਂ ਆ। ਤੇ ਇਹ ਮੇਰੀ ਤਾਂ ਜ਼ਿੰਦਗੀ ਦੇ ਬਹੁਤ ਸਾਰੇ ਤਜਰਬੇ ਵੀ ਕੁਝ ਵੀ ਅਸੰਭਵ ਨਹੀਂ ਆ, ਸਾਨੂੰ ਉੱਠਣਾ ਪੈਣਾ ਹੈਗਾ। ਹੁਣ ਜਿਵੇਂ ਸਾਡੇ ਬੱਚਿਆਂ ਨੇ ਬੀਐਡ ਕਰ ਲੀਆਂ, ਈਟੀਟੀ ਕਰ ਲੀਆਂ, ਮੇਰੇ ਹਾਨ ਦੇ ਮਤਲਬ ਲੋਕ ਹੀ ਹੈਗੇ ਜਿਹੜੇ ਮੰਨ ਲਓ ਉਹਨਾਂ ਦੀ ਸਰਕਾਰ ਨੇ ਕਹਿਤਾ ਤੁਹਾਡੀ ਉਮਰ ਲੰਘ ਗਈ, ਨਵਿਆਂ ਨੂੰ ਬੀਐਡ ਕਰਾ ਦਿੱਤੀ, ਈਟੀਟੀ ਕਰਾਤੀ, ਉਹਨਾਂ ਨੂੰ ਜੋਬਾਂ ਮਿਲਣਗੀਆਂ। ਤੇ ਜੇ ਹੁਣ 1 ਸਾਲ ਪਿੱਛੇ ਵੀ ਰਹਿ ਗਏ ਉਹਦਾ ਜ਼ਿੰਮੇਵਾਰ ਕੌਣ ਆ? ਸਰਕਾਰਾਂ ਨੂੰ ਇਦਾਂ ਨਹੀਂ ਸੋਚਣਾ ਚਾਹੀਦਾ ਕਿ ਉਮਰ ਲੰਘ ਗਈ, ਜਦੋਂ ਉਹਨਾਂ ਨੇ ਕੋਰਸ ਕੀਤੇ ਆ ਉਹਨਾਂ ਨੂੰ ਭਲਾ 2 ਸਾਲ ਦਾ ਸਮਾਂ ਰਹਿੰਦਾ, ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ। ਮੇਰੇ ਖਿਆਲ 'ਚ ਇਹ ਸਾਡੀ ਨੌਜਵਾਨੀ ਨੂੰ, ਸਾਡੇ ਸਮਾਜ ਨੂੰ ਇੱਕਦਮ ਇਦਾਂ ਦਾ ਉਛਾਲਾ ਮਾਰਨਾ ਚਾਹੀਦਾ ਕਿ ਸਰਕਾਰ ਸਾਡੇ ਮਤਲਬ ਗੋਡਿਆਂ 'ਚ ਡਿੱਗ ਪਵੇ। ਜੇ ਗਿੱਲ ਸਾਹਿਬ ਅਸੀਂ ਅਜੋਕੇ ਸਮੇਂ ਦੀ ਗੱਲ ਕਰੀਏ ਤੇ ਕਰੋਨਾ ਦੇ ਕਰਕੇ ਬਹੁਤ ਲੋਕਾਂ ਦੇ ਕਾਰੋਬਾਰ ਠੱਪ ਹੋਏ ਨੇ, ਨੁਕਸਾਨ ਹੋਇਆ, ਬੱਚਿਆਂ ਦੀ ਐਜੂਕੇਸ਼ਨ ਦਾ ਨੁਕਸਾਨ ਹੋਇਆ, ਲੋਕਾਂ ਦੇ ਕਾਰੋਬਾਰ ਦਾ ਨੁਕਸਾਨ ਹੋਇਆ। ਤੁਹਾਨੂੰ ਕੀ ਲੱਗਦਾ ਪਿਆ ਵੀ ਸਭ ਤੋਂ ਵੱਧ ਨੁਕਸਾਨ ਕਿਸ ਨੂੰ ਹੋਇਆ ਤੇ ਸਭ ਤੋਂ ਵੱਧ ਫਾਇਦਾ ਕਿਸ ਨੂੰ ਹੋਇਆ? ਐਕਚੁਅਲੀ ਸਭ ਤੋਂ ਵੱਧ ਤਾਂ ਨੁਕਸਾਨ ਜੇ ਸਿੱਧੇ ਰੂਪ 'ਚ ਗੱਲ ਕਰੀਏ ਤਾਂ ਜਿੱਦਾਂ ਸਾਡੇ ਆਮ ਪਬਲਿਕ ਨੂੰ ਹੀ ਹੋਇਆ, ਭਾਵੇਂ ਉਹ ਸਰਕਾਰੀ ਨੌਕਰੀਆਂ ਕਰਦੇ, ਭਾਵੇਂ ਪ੍ਰਾਈਵੇਟ ਕਰਦੇ ਜਾਂ ਫਿਰ ਲੇਬਰ ਕਰਦੇ ਆ, ਉਹਨਾਂ ਲੋਕਾਂ ਨੂੰ ਨੁਕਸਾਨ ਹੋਇਆ। ਤੇ ਸਿੱਧੇ ਰੂਪ ਵਿੱਚ ਜਿਹੜਾ ਬਹੁਤ ਜ਼ਿਆਦਾ ਫਾਇਦਾ ਹੋਇਆ ਉਹ ਸਰਕਾਰਾਂ ਨੂੰ ਹੋਇਆ। ਤੇ ਇਹਦੇ 'ਚ ਕੋਈ ਸ਼ੱਕ ਨਹੀਂ ਆ ਕਿ ਸਰਕਾਰਾਂ ਨੇ ਕਰੋੜਾਂ ਰੁਪਈਆ ਡੋਨੇਸ਼ਨ ਦੇ ਨਾਂ 'ਤੇ ਵੀ ਲੈ ਲਿਆ। ਕਰੋੜਾਂ ਰੁਪਈਆ ਜੇ ਤੁਹਾਡੇ ਮਾਸਕ ਨਹੀਂ ਲੱਗਾ, ਜਾਂ ਜਦੋਂ ਕਿ ਮੈਂ ਸੋਚਦੀ ਸੀ ਇੱਦਾਂ ਹੋਣਾ ਚਾਹੀਦਾ ਸੀਗਾ ਕਿ ਅਸੀਂ ਮਾਸਕ ਕੋਲ ਰੱਖੇ ਹੋਏ ਆ ਵੀ ਤੁਸੀਂ ਸਮਾਜ ਸੇਵੀ ਸੰਸਥਾਵਾਂ, ਮੈਂ ਮੋਗੇ ਦੀ ਗੱਲ ਕਰਾਂ, ਸਾਡੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ, ਅਸੀਂ ਖੁਦ ਵੀ ਉਹਨਾਂ 'ਚ ਮੈਂ ਖੁਦ ਬਣਾ ਕੇ ਵੰਡੇ ਹੈਗੇ ਆ ਬਈ ਸਮਾਜ ਸੇਵੀ ਸੰਸਥਾਵਾਂ ਨੂੰ ਕਿਹਾ ਜਾਂਦਾ ਕਿ ਹਰ ਨਾਕੇ ਤੇ 100 200 ਮਾਸਕ ਦੇ ਕੇ ਜਾਓ। ਤੇ ਫਿਰ ਮਾਸਕ ਦਾ ਆਰਾਮ ਨਾਲ ਲੋਕਾਂ ਨੂੰ ਜਿਹਦੇ ਕੋਲ ਨਹੀਂ ਸੀ ਉਹਨਾਂ ਨੂੰ ਮਾਸਕ ਦਿੰਦੇ। ਪਰ ਉਹ 500 ਰੁਪਈਆ ਲੈ ਰਹੇ ਨੇ, 500 ਰੁਪਈਆ ਨਾਲ ਫਿਰ ਸਰਕਾਰ ਕਿਵੇਂ ਚੱਲੇਗੀ? ਤੇ ਉਹ ਤੁਸੀਂ ਦੇਖੋ ਵੀ ਇੱਕ 500 ਨਾਲ ਤਾਂ ਫਿਰ ਸਰਕਾਰਾਂ ਨੇ ਆਪਦੇ ਜਿਹੜੇ ਹੈਗੇ ਆ ਆਪਦਾ ਬਜਟ ਪੂਰਾ ਕਰ ਲਿਆ, ਉਹਨਾਂ ਨੇ ਆਪਦੀ ਜਿਹੜੀ ਵਿੱਤੀ ਜਿਹੜੀ ਕੰਡੀਸ਼ਨ ਸੀ ਉਹ ਵਧੀਆ ਕਰ ਲਈ ਹੈਗੀ ਆ।
ਤੇ ਇਸ ਫਿਰ ਤੁਸੀਂ ਦੇਖੋ ਜਿਹੜੇ ਹਸਪੀਟਲਾਂ ਰਾਹੀਂ ਜਾਂ ਲੈਬਾਂ ਰਾਹੀਂ ਬਹੁਤ ਕੁਝ ਮਿਲੀ ਭੁਗਤ ਇੱਕ ਤਰ੍ਹਾਂ ਦਾ ਮਾਫੀਆ ਜਿਹੜੇ ਜਦੋਂ ਅਸੀਂ ਦੇਖਾਂਗੇ ਅੱਜ ਮਤਲਬ ਤੁਹਾਡੇ ਦਰਵਾਜ਼ੇ ਅੱਗੇ ਇੱਕ ਚੈਟ ਲੱਗ ਜਾਊਗੀ ਕਿ ਤੁਸੀਂ ਕਰੋਨਾ ਪੋਜ਼ਿਟਿਵ ਹੈਗੇ ਹੋ ਤੇ ਉਹ ਮੰਨ ਲਓ ਲੁਧਿਆਣਿਓਂ ਇੱਕ ਮੇਰੇ ਧਿਆਨ 'ਚ ਆਇਆ ਸੀਗਾ ਕਿ ਇੱਕ ਆਦਮੀ ਨੇ ਲੁਧਿਆਣਿਓਂ ਟੈਸਟ ਕਰਵਾਇਆ ਤੇ ਉਹ ਪੋਜ਼ਿਟਿਵ ਸੀਗਾ ਸਾਰਾ ਮਤਲਬ ਜਿਹੜਾ ਸੀ ਪ੍ਰਸ਼ਾਸਨ ਉਹਦੇ ਦੁਆਲੇ ਸੀਗਾ ਤੇ ਉਹਨਾਂ ਦੇ ਦਰਵਾਜ਼ੇ ਅੱਗੇ ਲੱਗ ਗਿਆ ਕਿ ਤੁਸੀਂ ਕਰੋਨਾ ਪੋਜ਼ਿਟਿਵ ਹੈਗੇ ਹੋ ਤੇ 2 ਦਿਨ ਬਾਅਦ ਉਹ ਕਰੋਨਾ ਪੋਜ਼ਿਟਿਵ ਨਹੀਂ ਸੀਗਾ ਜਦੋਂ ਉਹਨਾਂ ਨੇ ਦੁਬਾਰਾ ਟੈਸਟ ਕਰਾਇਆ ਤਾਂ ਇਹ ਕਿੱਡਾ ਵੱਡਾ ਮਾਫੀਆ ਕਿ ਫਿਰ ਤੁਹਾਡੇ ਟੈਸਟ ਵੀ ਜਾਂ ਤਾਂ ਸਰਕਾਰਾਂ ਕਹਿਣ ਵੀ ਅਸੀਂ ਡੋਨੇਸ਼ਨ ਲਈ ਹੈਗੀ ਹੈ ਤੁਹਾਡਾ ਇਲਾਜ ਫ੍ਰੀ ਹੋਊਗਾ ਪਰ ਤੁਸੀਂ ਸਾਡਾ ਸਾਥ ਦਿਓ ਬਈ ਸਾਡਾ ਸਾਥ ਤੁਸੀਂ ਦਿਓ ਘਰਾਂ 'ਚ ਬੈਠੋ ਪਰ ਤੁਹਾਡਾ ਇਲਾਜ ਨਹੀਂ ਅਸੀਂ ਫ੍ਰੀ ਕਰਾਂਗੇ ਤੇ ਪ੍ਰਾਈਵੇਟ ਹਸਪੀਟਲ ਵੀ ਸਭ ਮੈਂ ਕਹਿੰਦੀ ਤਰਾਸਦੀ ਜਿਵੇਂ ਇੱਥੇ ਹੀ ਇੱਕ ਮਤਲਬ ਬੇਬੀ ਜਿਵੇਂ ਸੜਕ ਤੇ ਹੋ ਗਿਆ ਸੀਗਾ ਤੇ ਆਮ ਲੋਕਾਂ ਨੂੰ ਇਹਦਾ ਨੁਕਸਾਨ ਭੁਗਤਣਾ ਪਿਆ ਹੈਗਾ ਵੀ ਫਾਇਦਾ ਸਰਕਾਰਾਂ ਨੂੰ ਹੋਇਆ ਤੇ ਨੁਕਸਾਨ ਆਮ ਜਨਤਾ ਨੂੰ ਬਹੁਤ ਵੱਡੇ ਪੱਧਰ ਦੇ ਉੱਪਰ ਹੋਇਆ ਤੇ ਇਹ ਭੁਗਤਦਿਆਂ ਹੋਰ ਕਿੰਨਾ ਕੁ ਸਮਾਂ ਲੱਗੇਗਾ ਇਹਨਾਂ ਨੂੰ ਮੇਰੇ ਖਿਆਲ 'ਚ ਤਾਂ ਇਹ ਇੱਕ ਪਾਲਿਸੀ ਹੈ ਜਿਹੜੀ ਬਹੁਤ ਵੱਡੀ ਆ ਤੇ ਇਹ ਖਤਮ ਤਾਂ ਹੋ ਨਹੀਂ ਸਕਦੀ ਕਿਉਂਕਿ ਸਰਕਾਰਾਂ ਨੇ ਇਸ ਪਾਲਿਸੀ ਨੂੰ ਖਤਮ ਕਰਨਾ ਹੈ ਜੇ ਸਰਕਾਰਾਂ ਨੇ ਇਹ ਪਾਲਿਸੀ ਨੂੰ ਖਤਮ ਕਰਤਾ ਤਾਂ ਜਿਹੜਾ ਸਾਡਾ ਮਤਲਬ ਜਿੱਦਾਂ ਕਹਿੰਦੇ ਆ ਇਨਕਮ ਸਾਡੀ ਖਤਮ ਹੋ ਜਾਣੀ ਆ ਤੇ ਸਰਕਾਰਾਂ ਨੇ ਇਹਨੂੰ ਮੇਰੇ ਖਿਆਲ 'ਚ ਲੰਬਾ ਚਲਾਉਣਾ ਹੈ ਕਿ ਉਹਨਾਂ ਦੀ ਇਨਕਮ ਬਣੀ ਰਹੇ ਜੀ ਬਿਲਕੁਲ ਜੀ ਬੜੀਆਂ ਸੁੰਦਰ ਤੁਸੀਂ ਗੱਲਾਂ ਬਾਤਾਂ ਕੀਤੀਆਂ ਨੇ ਜੇ ਅਸੀਂ ਗੱਲ ਕਰੀਏ ਤਾਂ ਤੁਸੀਂ ਅਕਸਰ ਇਹ ਗੱਲ ਕਹਿੰਦੇ ਹੁੰਦੇ ਪੰਜਾਬ ਦੀ ਤਰਾਸਦੀ ਕੀ ਹੈ ਸਿਹਤ ਸਿੱਖਿਆ ਬਾਰੇ ਤੇ ਤੁਸੀਂ ਅਕਸਰ ਇਹ ਗੱਲ ਕਹਿੰਦੇ ਹੁੰਦੇ ਹੋ ਵੀ ਮਾਫੀਆ ਮੈਂ ਕਹਿੰਦਾ ਕਿ ਮਾਫੀਆ ਕਿਸ ਪ੍ਰਕਾਰ ਕੰਮ ਕਰਦਾ ਹੈ ਤੁਹਾਨੂੰ ਕੀ ਲੱਗਦਾ ਪਿਆ ਦੇਖੋ ਮਾਫੀਆ ਸਭ ਤੋਂ ਪਹਿਲਾਂ ਤਾਂ ਅੱਗੇ ਹੁੰਦਾ ਸੀ ਕੋਈ ਰੇਤ ਮਾਫੀਆ ਜਾਂ ਆਹ ਨਸ਼ਾ ਮਾਫੀਆ ਜਾਂ ਕੁਝ ਵੀ ਹੁਣ ਤਾਂ ਹਰ ਇੱਕ ਥਾਂ ਤੇ ਮਾਫੀਆ ਹੀ ਆ ਮਤਲਬ ਹਰ ਇੱਕ ਨੇ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਲੈਬ ਮਾਫੀਆ ਹਸਪੀਟਲ ਮਾਫੀਆ ਸਕੂਲ ਮਾਫੀਆ ਜਿਮ ਮਾਫੀਆ NGO ਸੰਸਥਾਵਾਂ ਮਾਫੀਆ ਮਤਲਬ ਤੁਸੀਂ NGO ਸੰਸਥਾਵਾਂ ਮਾਫੀਆ ਤੁਸੀਂ ਇਹਦੇ 'ਚ ਮੇਰੇ ਖਿਆਲ 'ਚ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤੇ ਮੈਂ ਕਿਸੇ ਦਾ ਦਿਲ ਵੀ ਨਹੀਂ ਦਿਖਾਉਣਾ ਚਾਹੁੰਦੀ ਅਸੀਂ ਦੇਖਦੇ ਹਾਂ ਕਿ ਹਮੇਸ਼ਾ ਸੋਸ਼ਲ ਵਰਕਰ ਜਿਹੜੇ ਹੋ ਸਕਦਾ ਬਹੁਤ ਸਾਰੇ ਵੀਰ ਮੇਰੇ ਉਲਟ ਹੋ ਕੇ ਕੱਲ ਨੂੰ ਮੈਨੂੰ ਧਰਨਾ ਲਾ ਦੇਣ ਕਿ ਤੁਸੀਂ ਇਦਾਂ ਕਿਉਂ ਬੋਲਿਆ ਪਰ ਮੈਂ ਦੇਖਿਆ ਵੀ ਕਿਸੇ ਵੀ NGO ਨੇ ਕਦੇ ਇਦਾਂ ਦਾ ਬੋਰਡ ਨਹੀਂ ਲਾਇਆ ਹੋਊਗਾ ਵੀ ਜੇ ਕਿਸੇ ਬਜ਼ੁਰਗ ਨੂੰ ਜਾਂ ਬੱਚੇ ਨੂੰ ਜਾਂ ਕਿਸੇ ਕਿਸਮ ਦੀ ਸਹੂਲਤ ਦੀ ਲੋੜ ਆ ਤਾਂ ਸਾਡੇ ਕੋਲੇ ਆਓ ਜਦੋਂ ਹੀ ਮਤਲਬ ਉਹ ਸਾਡੀਆਂ NGO ਬਣਾਈਆਂ ਪਰ ਜਦੋਂ ਹੀ ਐਟ ਏ ਟਾਈਮ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਫਿਰ ਅਸੀਂ ਲਾਈਵ ਹੋ ਕੇ ਕਹਿੰਦੇ ਆ ਕਿ ਇਸ ਬੰਦੇ ਨੂੰ ਇਸ ਚੀਜ਼ ਦੀ ਜ਼ਰੂਰਤ ਹੈ ਮਤਲਬ ਸਾਡੇ ਕੋਲੇ ਹੁਣ ਜੇ ਤੁਸੀਂ ਬਲੱਡ ਦੀ ਹੋਈ ਗੱਲ ਕਰੋ ਪਿੱਛੇ ਜੇ ਬਹੁਤ ਰੌਲਾ ਪਿਆ ਸੀਗਾ ਕਿ ਜਦੋਂ ਅਸੀਂ ਬਲੱਡ ਡੋਨੇਟ ਕਰਦੇ ਹਾਂ ਤਾਂ ਮੈਂ ਸੋਚਦੀ ਹਾਂ ਬਹੁਤ ਸਾਰੇ ਲੋਕ ਇਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਮੌਕੇ ਤੇ ਬਲੱਡ ਚਾਹੀਦਾ ਹੁੰਦਾ ਤੇ ਉੱਥੋਂ ਤੱਕ ਉਹ ਨਹੀਂ ਪਹੁੰਚਦਾ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਲੋਕ ਖਾ ਜਾਂਦੇ ਆ ਜਾਂ ਪੀ ਜਾਂਦੇ ਆ ਮਤਲਬ ਉਹ ਬਲੱਡ ਪਿਆ ਹੁੰਦਾ ਬਲੱਡ ਬੈਂਕ 'ਚ ਪਰ ਜਿੱਥੇ ਜ਼ਰੂਰਤ ਹੁੰਦੀ ਉੱਥੇ ਨਹੀਂ ਪਹੁੰਚਦਾ ਤੁਹਾਨੂੰ ਇਹ ਜਿਹੜੀ ਗੱਲ ਬਲੱਡ ਵਾਲੀ ਹੈ ਲੰਮੇ ਸਮੇਂ ਤੋਂ ਇਹ ਗੱਲ ਚੱਲਦੀ ਪਈ ਹੈ ਵੀ ਸਾਡੇ ਇੰਨੇ ਕੈਂਪ ਲੱਗਦੇ ਨੇ ਅਸੀਂ ਇੰਨੀ ਵਾਰੀ ਖੂਨ ਦਾਨ ਦੇ ਚੁੱਕੇ ਹਾਂ ਪਰ ਜਦੋਂ ਅਸੀਂ ਫਿਰ ਲੋੜ ਪੈਂਦੀ ਹੈ ਸਾਨੂੰ ਬੜੀ ਵੱਡੀ ਪ੍ਰੋਬਲਮ ਆਉਂਦੀ ਹੈ ਇਹਦੇ ਪਿੱਛੇ ਤੁਹਾਨੂੰ ਲੱਗਦਾ ਪਿਆ ਮਾਫੀਆ ਕੰਮ ਕਰਦਾ ਪਿਆ ਬਿਲਕੁਲ ਮੈਨੂੰ ਤਾਂ ਇਹੀ ਮੈਂ ਚਲੋ ਸਾਫ਼ ਸ਼ਬਦਾਂ 'ਚ ਨਹੀਂ ਕਹਿਣਾ ਚਾਹੁੰਦੀ ਕਿ ਮੈਂ ਕੋਈ ਪੰਗਾ ਗੱਲ ਨਹੀਂ ਪਾਉਣਾ ਚਾਹੁੰਦੀ ਪਰ ਫਿਰ ਵੀ ਮੈਂ ਸੋਚਦੀ ਜਦੋਂ ਅਸੀਂ ਡੋਨੇਟ ਕਰਵਾਉਣੇ ਆ ਬਲੱਡ ਸਾਡੇ ਭਰਾ ਸਾਡੇ ਭੈਣਾਂ ਬਲੱਡ ਡੋਨੇਟ ਕਰਦੇ ਆ ਤਾਂ ਉਹ ਜਿਹੜੀਆਂ ਬੈਂਕਾਂ ਜਿਹੜੀਆਂ ਉਹ ਵੀ ਸਾਡੀਆਂ ਨਿੱਜੀ ਹੋਣੀਆਂ ਚਾਹੀਦੀਆਂ ਸਰਕਾਰੀ ਨਹੀਂ ਵੀ ਸਾਡੇ ਨਿੱਜੀ ਜਿਹੜੇ ਮਤਲਬ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਜਾਂ NGO ਜੋ ਸਮਝਦੀਆਂ ਕਿ ਅਸੀਂ ਬਲੱਡ ਲਿਆ ਹੈ ਨਾ ਤੇ ਅਸੀਂ ਉਹਨੂੰ ਸੇਵ ਕੀਤਾ ਤੇ ਮੇਰੇ ਖਿਆਲ 'ਚ ਉਹਨਾਂ ਦੇ ਬੈਂਕ ਅਲੱਗ ਹੋਣੇ ਚਾਹੀਦੇ ਉਹ ਸਰਕਾਰਾਂ ਨੂੰ ਕਿਉਂ ਦਿੰਦੇ ਆ ਬਿਲਕੁਲ ਜੀ ਬੜੀਆਂ ਸੁੰਦਰ ਜਾਣਕਾਰੀਆਂ ਦਿੱਤੀਆਂ ਨੇ ਸੋ ਦਰਸ਼ਕੋ ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਗੱਲ ਦੀ ਸਾਂਝ ਲੱਗਾ ਮੈਂ ਪਾਉਣ ਸਾਡੇ ਭੈਣ ਜੀ ਬੇਅੰਤ ਕੌਰ ਗਿੱਲ ਜੀ ਨੇ ਗੱਲ ਕੀਤੀ ਹੈ ਕਿ ਕੁਝ ਗੱਲਾਂ ਐਸੀਆਂ ਨੇ ਰਮਜ ਦੇ ਵਿੱਚ ਸਮਝ ਜਾਓ ਕਿਉਂਕਿ ਜੇ ਮੈਂ ਸਿੱਧੀਆਂ ਕਹਿ ਦਿੱਤੀਆਂ ਤੇ ਕੁਝ ਲੋਕ ਸਾਡੇ ਘਰਾਂ ਦੇ ਬਾਹਰ ਧਰਨਾ ਵੀ ਲਾ ਸਕਦੇ ਆ ਤੇ ਮੈਂ ਕੋਈ ਨਵਾਂ ਸਿਆਪਾ ਗਲ ਨਹੀਂ ਪਾਉਣਾ ਚਾਹੁੰਦੀ ਪਰ ਤੁਹਾਨੂੰ ਇਹ ਚੀਜ਼ ਦਾ ਬਿਲਕੁਲ ਚੰਗੀ ਤਰ੍ਹਾਂ ਪਤਾ ਹੈ ਵੀ ਅਸੀਂ ਹੱਕ ਸੱਚ ਦੀ ਗੱਲ ਕਰਦੇ ਹਾਂ ਜੇ ਵਾਕਿਆ ਹੀ ਇਸ ਤਰ੍ਹਾਂ ਦੇ ਸਿਆਪੇ ਅਕਸਰ ਸਾਡੇ ਗੱਲ ਪੈਂਦੇ ਹੀ ਰਹਿੰਦੇ ਨੇ ਕਹਿਣ ਤੋਂ ਭਾਵ ਹੈ ਕਿ ਜਦੋਂ ਤੁਸੀਂ ਫੁੱਲ ਨੂੰ ਫੁੱਲ ਕਹਿੰਦੇ ਹੋ ਕੋਈ ਪ੍ਰੋਬਲਮ ਨਹੀਂ ਹੈ ਕੰਡੇ ਨੂੰ ਕੰਡਾ ਕਹਿੰਦੇ ਹੋ ਪ੍ਰੋਬਲਮ ਉਦੋਂ ਖੜੀ ਹੋ ਜਾਂਦੀ ਹੈ ਕਾਲੇ ਨੂੰ ਕਾਲਾ ਕਹਿੰਦੇ ਹੋ ਬਹੁਤ ਵੱਡੀ ਪ੍ਰੋਬਲਮ ਖੜੀ ਹੋ ਜਾਂਦੀ ਹੈ ਚੋਰ ਨੂੰ ਚੋਰ ਠੱਗ ਨੂੰ ਠੱਗ ਬੇਈਮਾਨ ਨੂੰ ਬੇਈਮਾਨ ਕਹਿੰਦੇ ਹੋ ਪ੍ਰੋਬਲਮ ਖੜੀ ਹੋ ਜਾਂਦੀ ਹੈ ਇਮਾਨਦਾਰ ਨੂੰ ਇਮਾਨਦਾਰ ਕਹੋ ਤੇ ਪ੍ਰੋਬਲਮ ਨਹੀਂ ਹੁੰਦੀ ਹੈ ਤੇ ਉਹ ਵੀ ਸੱਚ ਹੈ ਤੇ ਬਾਅਦ ਵਾਲਾ ਵੀ ਸੱਚ ਹੈ ਜੇ ਫੁੱਲ ਨੂੰ ਫੁੱਲ ਕਹਿਣਾ ਸੱਚ ਹੈ ਤੇ ਕੰਡੇ ਨੂੰ ਕੰਡਾ ਕਹਿਣਾ ਵੀ ਸੱਚ ਹੈ ਪਰ ਹਕੀਕਤ ਇਹ ਹੈ ਫੁੱਲ ਨੂੰ ਫੁੱਲ ਕਿਹਾ ਫੁੱਲ ਇਤਰਾਜ਼ ਨਹੀਂ ਕਰਦਾ ਪਰ ਕੰਡੇ ਨੂੰ ਕੰਡਾ ਕਿਹਾ ਬਹੁਤ ਵੱਡਾ ਇਤਰਾਜ਼ ਉੱਠਣ ਲੱਗ ਪੈਂਦਾ ਸਮਾਜ ਵਿੱਚ ਬੜਾ ਕੁਝ ਐਸਾ ਹੈ ਜਿਹੜਾ ਵਾਕਿਆ ਹੀ ਪੋਲੇ ਸ਼ਬਦਾਂ ਵਿੱਚ ਕਹਿਣਾ ਪੈਂਦਾ ਤੇ ਕੁਝ ਗੱਲਾਂ ਰਮਜ਼ਾਂ ਦੇ ਵਿੱਚ ਵੀ ਹੁੰਦੀਆਂ ਨੇ ਆਓ ਭੈਣ ਜੀ ਨਾਲ ਇੱਕ ਸਵਾਲ ਹੋਰ ਕਰਦੇ ਹਾਂ ਭੈਣ ਜੀ ਤੁਸੀਂ ਅਕਸਰ ਇਹ ਗੱਲ ਕਹਿੰਦੇ ਹੁੰਦੇ ਹੋ ਵੀ ਜ਼ੁਲਮ ਕਰਨਾ ਪਾਪ ਹੈ ਸਹਿਣਾ ਉਸ ਤੋਂ ਵੀ ਵੱਡਾ ਪਾਪ ਹੈ ਇਹ ਇਸ਼ਾਰਾ ਕਿੱਧਰ ਹੁੰਦਾ ਸਰਕਾਰਾਂ ਵਾਲੇ ਪਾਸੇ ਜਾਂ ਕਿੱਧਰ ਦੇਖੋ ਇਹ ਮੇਰੇ ਸਰਕਾਰਾਂ ਵਾਲੀ ਸਿੱਧੇ ਤੌਰ ਤੇ ਕਿਉਂਕਿ ਸਾਡੀ ਹਾਲਤ ਹੀ ਸਰਕਾਰਾਂ ਨੇ ਇਹ ਕੀਤੀ ਹੋਈ ਆ ਅਸੀਂ ਜੇ ਤਾਂ ਹੁਣ ਇਕੱਲਾ ਹਲ ਚਲਾਉਣਾ ਹੋਵੇ ਤੇ ਫਸਲਾਂ ਬੀਜਣੀਆਂ ਹੋਣ ਤੇ ਉਹਨਾਂ ਨੂੰ ਵੱਢਣਾ ਖਾਣਾ ਹੋਵੇ ਤਾਂ ਅਸੀਂ ਖਾ ਲਈਏ ਹੁਣ ਉਹਨੇ ਨਾਲ ਤਾਂ ਸਾਡਾ ਗੁਜ਼ਾਰਾ ਨਹੀਂ ਅਸੀਂ ਫਸਲਾਂ ਵੇਚਣ ਵੀ ਜਾਣੀਆਂ ਉਸ ਤੋਂ ਅੱਗੇ ਵੀ ਸਾਨੂੰ ਜਿਹੜਾ ਕਹਿਣ ਮਤਲਬ ਖਰਚੇ ਸਾਡੇ ਹੈਗੇ ਆ ਕੋਈ ਟੈਕਸ ਆ ਕੋਈ ਕੁਛ ਆ ਤਾਂ
ਮੈਂ ਸੋਚਦੀ ਹਾਂ ਕਿ ਇਹ ਸਰਕਾਰਾਂ ਨੇ ਸਾਡਾ ਇੰਨਾ ਪੱਠਾ ਪਾਇਆ ਤੇ ਅਸੀਂ ਆਪ ਵੀ ਮਤਲਬ ਉਹ ਗੁੱਲੀ ਬਣ ਕੇ ਰਹਿ ਗਏ ਕਿ ਡੰਡੇ ਨਾਲ ਸਰਕਾਰਾਂ ਸਾਨੂੰ। ਹੁਣ ਤੁਸੀਂ ਸਾਡੀਆਂ ਹੀ ਸੜਕਾਂ, ਅਸੀਂ ਗੱਡੀ ਤੇ ਵੀ ਟੈਕਸ ਦਿੰਦੇ ਆ, ਜਦੋਂ ਅਸੀਂ ਗੱਡੀਆਂ ਲੈਂਦੇ ਆ ਅਸੀਂ ਲਾਇਸੈਂਸ ਦੇ ਜਾਂ ਸਭ ਪੈਸੇ ਦਿੰਦੇ ਆ, ਫਿਰ ਵੀ ਚੱਕ ਕੇ ਟੋਲ ਟੈਕਸ ਲਾਏ ਜਾਂਦੇ ਹੈਗੇ ਆ। ਹੁਣ ਤੁਸੀਂ ਦੇਖੋ, ਜੇ ਮੈਂ ਇੱਕ ਛੋਟੀ ਜਿਹੀ ਇੱਥੇ ਗੱਲ ਕਰਦੀ ਆ, ਗੱਲ ਤਾਂ ਹੈਗੀ ਬਹੁਤ ਵੱਡੀ ਪਰ ਕਹਿਣ ਨੂੰ ਛੋਟੀ ਆ। ਜੇ ਹੁਣ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਹੈਗੇ ਆ, ਅੱਗੇ ਜਦੋਂ ਅਕਬਰ ਬਾਦਸ਼ਾਹ ਨੇ ਲਾਇਆ ਹੋਇਆ ਸੀਗਾ ਜਜੀਆ ਲਾਇਆ ਹੋਇਆ ਸੀਗਾ ਹਿੰਦੂਆਂ ਤੇ, ਤਾਂ ਉਦੋਂ ਗੱਲ ਬਹੁਤ ਵੱਡੀ ਸੀ ਜੀ, ਸਾਡੇ ਧਰਮ ਸਥਾਨ ਤੇ ਅਸੀਂ ਜਾਂਦੇ ਆ ਤੇ ਸਾਨੂੰ ਜਜੀਆ ਲੱਗਾ ਹੋਇਆ। ਹੁਣ ਤੁਸੀਂ ਦੇਖੋ ਕਿ 250 ਰੁਪਇਆ ਅੰਮ੍ਰਿਤਸਰ ਜਾਣ ਦਾ ਟੋਲ ਟੈਕਸ ਸਾਨੂੰ ਦੇਣਾ ਪੈਂਦਾ, ਜਦੋਂ ਕਿ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਸਾਡੀ ਸਭ ਤੋਂ ਮਤਲਬ ਇਦਾਂ ਦੀ ਜਗ੍ਹਾ ਜਿੱਥੇ ਹਰ ਸਿੱਖ ਮਹੀਨੇ 'ਚ 2 ਵਾਰ ਨਹੀਂ ਤੇ 1 ਵਾਰ ਤਾਂ ਜ਼ਰੂਰ ਜਾਂਦਾ। ਤੇ ਫਿਰ ਹੁਣ ਅਸੀਂ ਕਿਉਂ ਨਹੀਂ, ਮਤਲਬ ਨਾ ਤਾਂ ਸਰਕਾਰਾਂ ਵੀ ਚੁੱਪ ਆ, ਮਤਲਬ ਉਦੋਂ ਮੁਗਲ ਮਾੜੇ ਸੀਗੇ, ਉਦੋਂ ਹਿੰਦੂ ਪੈਸੇ ਰਹੇ ਸੀਗੇ, ਤੇ ਹੁਣ ਅਸੀਂ ਮਤਲਬ ਚੰਗੇ, ਅਸੀਂ ਚੰਗਾ ਸਭ ਨੂੰ ਸਹੂਲਤਾਂ ਦੇ ਰਹੇ ਹੈਗੇ ਆ। ਤੇ ਹੁਣ ਅਸੀਂ ਕਹਿੰਦੇ ਆ ਵੀ ਨਹੀਂ ਅਸੀਂ ਤਾਂ ਕੋਈ ਮਤਭੇਦ ਨਹੀਂ ਕਰਦੇ, ਅਸੀਂ ਚੰਗੇ ਆ, ਮਤਲਬ ਨਾ ਸਰਕਾਰਾਂ ਕਹਿੰਦੀਆਂ ਅਸੀਂ ਚੰਗੀਆਂ। ਜੇ ਸਰਕਾਰਾਂ ਚੰਗੀਆਂ ਤਾਂ ਸਾਨੂੰ ਇਦਾਂ ਦੇ ਜਜੀਏ ਕਿਉਂ ਲਗਾਏ ਹੋਏ ਆ, ਤੇ ਜੇ ਅਸੀਂ ਚੰਗੇ ਆ ਤਾਂ ਫਿਰ ਅਸੀਂ ਇਦਾਂ ਦਾ ਕੁਛ ਸਹਿ ਕਿਉਂ ਰਹੇ ਆ? ਮਤਲਬ ਨਾ ਅਸੀਂ ਚੰਗੇ ਨਾ ਸਰਕਾਰਾਂ ਚੰਗੀਆਂ। ਤੇ ਜੇ ਇੱਕ ਬੰਦਾ ਬੋਲਦਾ, ਮੈਨੂੰ ਕਿਸੇ ਨੇ ਮੱਤੇਵਾੜੇ ਦੇ ਜੰਗਲ ਲਈ ਕਿਹਾ, ਭੈਣ ਜੀ ਤੁਸੀਂ ਇਦਾਂ ਪੋਸਟ ਛਪਾ ਕੇ ਵੰਡ ਦਿੱਤੇ ਹੈਗੇ ਆ, ਤੇ ਜੇ ਤੁਹਾਡੇ ਮਗਰ ਵੀ ਮੈਨੂੰ ਨਹੀਂ ਲੱਗਦਾ ਸਫਲਤਾ ਮਿਲੂਗੀ। ਮੈਂ ਕਿਹਾ ਕੋਈ ਦੋ ਜਾਣੇ ਮਰਜੀਵੜੇ ਮੈਨੂੰ ਦੇ ਦਿਓ, ਵੀ ਮੈਂ ਵੀ ਮਰਜੀਵੜਿਆਂ 'ਚ ਸ਼ਾਮਲ ਹੋ ਜਾਊਂਗੀ। 2 ਜਾਣੇ ਮੈਨੂੰ ਇਦਾਂ ਦੇ ਮਰਜੀਵੜੇ ਦੇ ਦਿਓ ਕਿ ਪਿੱਛੇ ਮੁੜ ਕੇ ਨਾ ਦੇਖਣ। ਤੇ ਮੈਂ ਕਿਹਾ ਮੱਤੇਵਾੜਾ ਜੰਗਲ ਕੀ, ਅਸੀਂ ਤਾਂ ਜਿੱਦਾਂ ਕਹਿੰਦੇ ਆਪਦੀ ਪਾਈ ਆਪਦੀ ਧਰਤੀ ਦੀ ਬਚਾ ਲਾਂਗੇ, ਭਲਾ ਉਹ ਪਾਣੀ ਹੋਵੇ ਭਲਾ ਜੰਗਲ ਹੋਣ। ਸੋ ਇਹ ਗੱਲ ਹੈ ਕਿ ਅਸੀਂ ਖੁਦ ਹੀ ਆਪਦੀ ਜ਼ੁਬਾਨ ਤੇ ਨਹੀਂ ਠਹਿਰਦੇ, ਅਸੀਂ ਕਿੰਨਾਂ ਲਈ ਲੜਦੇ। ਕਈ ਵਾਰ ਮੇਰੇ ਵਰਗਾ ਬੋਲ ਰਿਹਾ ਹੁੰਦਾ ਤੇ ਪਿੱਛੇ ਸਾਰੇ ਖਿਸਕ ਜਾਂਦੇ ਆ। 100 ਬੰਦਾ ਖੜਾ ਹੋਊਗਾ, ਜਦੋਂ ਤੁਸੀਂ ਸਰਕਾਰਾਂ ਦੇ ਬਾਰੇ ਗੱਲ ਕਰਨੀ ਸ਼ੁਰੂ ਕਰੋਗੇ ਜਾਂ ਕੋਈ ਵੀ ਗੱਲ ਕਰਨੀ ਸ਼ੁਰੂ ਕਰੋਗੇ, ਨਾਲ ਆਏ ਵੀ ਤੁਰ ਜਾਂਦੇ ਆ। ਬਿਲਕੁਲ, ਮੈਂ ਕਹਿੰਦੀ ਸਾਰੇ ਪਿੱਛੇ ਤੁਰ ਜਾਣਗੇ, ਤੁਸੀਂ ਇਕੱਲੇ ਰਹਿ ਜਾਓਗੇ। ਉਹ ਕੌਣ ਹੋਣਗੇ? ਉਹ ਕੁਛ ਤਾਂ ਮਤਲਬ ਦੂਸਰੀ ਪਾਰਟੀ ਦੇ ਹੋਣਗੇ, ਕੁਛ ਦੂਸਰੀ ਪਾਰਟੀ ਦੇ ਹੋਣਗੇ। ਪਰ ਫਿਰ ਵੀ ਮੈਂ ਇਹ ਗੱਲ ਇੱਕ ਕਲੀਅਰ ਹੋਰ ਕਰਨੀ ਚਾਹੁੰਦੀ ਹੈਗੀ ਆ ਵੀ ਨੌਜਵਾਨਾਂ ਨੂੰ ਹਮੇਸ਼ਾ ਇਹ ਗੱਲ ਸੋਚਣੀ ਚਾਹੀਦੀ ਵੀ ਚੰਗੀ ਪਾਰਟੀ ਵਿੱਚ ਮਾੜੇ ਲੋਕ ਹੁੰਦੇ ਆ ਤੇ ਮਾੜੀ ਪਾਰਟੀ ਵਿੱਚ ਚੰਗੇ ਲੋਕ ਵੀ ਹੁੰਦੇ ਆ। ਉਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਸ ਪਾਰਟੀ ਨੂੰ ਫਲਾਣੇ ਨੇ ਗਾਲ ਕੱਢਤੀ। ਥੋੜਾ ਜਿਹਾ ਸੋਚਣਾ ਚਾਹੀਦਾ ਵੀ ਹਰ ਪਾਰਟੀ ਵਿੱਚ ਚੰਗੇ ਲੋਕ ਨਹੀਂ ਹੁੰਦੇ, ਪਰ ਸਾਨੂੰ ਮਾੜੀ ਪਾਰਟੀ 'ਚ ਵੀ ਚੰਗੇ ਲੋਕ ਆ ਗਏ ਤਾਂ ਸਮਝ ਲਓ ਸਵਰਗ ਬਣ ਗਿਆ। ਬਿਲਕੁਲ ਜੀ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹਾਂ। ਸਾਡੇ ਅਕਾਲ ਚੈਨਲ ਦੇ ਜ਼ਰੀਏ ਤੁਸੀਂ ਆਪਣੀ ਆਵਾਜ਼ ਬੁਲੰਦ ਕੀਤੀ ਹੈ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹਾਂ। ਸੋ ਦਰਸ਼ਕੋ, ਇਹ ਸਨ ਸਤਿਕਾਰਯੋਗ ਭੈਣ ਬੇਅੰਤ ਕੌਰ ਗਿੱਲ ਮੋਗਾ, ਜੋ ਅਕਸਰ ਸਮੇਂ-ਸਮੇਂ ਦੇ ਉੱਪਰ ਆਪਣੇ ਵਿਚਾਰ ਪੇਸ਼ ਕਰਦੇ ਰਹਿੰਦੇ ਨੇ। ਬੜੀ ਜਲਦੀ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਆਵਾਂਗਾ। ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।